ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਇਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਅੱਜ ਦਾ ਸਾਡਾ ਸੈਸ਼ਨ ਸਵਾਲ ਜਵਾਬ ਦਾ ਹੈ। ਹਰ ਸੋਮਵਾਰ ਨੂੰ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਦਿੰਦੇ ਹਨ। ਤੋ ਆਪ ਸਾਰਿਆਂ ਨੂੰ ਜੋ ਸਵਾਲ ਭੇਜੇ ਹਨ ਉਹਨਾਂ ਦਾ ਜਵਾਬ ਪੈਨਲ ਮੈਂਬਰ ਨੂੰ ਦਿੱਤਾ ਜਾ ਰਿਹਾ ਹੈ। ਵੀਰ ਰਾਜਾ ਸਿੰਘ ਜੀ ਸੈਸ਼ਨ ਦੀ ਸੇਵਾ ਨਿਭਾ ਰਹੇ ਹਨ। ਮੈਂ ਬੇਨਤੀ ਕਰਦਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਕਿ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਸਮਾਗਮ ਵਿੱਚ ਸਵਾਗਤ ਹੈ ਜੀ। ਅੱਜ ਦਾ ਸਮਾਗਮ ਜਿਵੇਂ ਵੀਰ ਜੀ ਨੇ ਦੱਸਿਆ ਸਾਨੂੰ ਹਰੇਕ ਸੋਮਵਾਰ ਕੁਐਸਚਨ ਆਨਸਰ ਹੈ। ਆਪ ਜੀ ਵੱਲੋਂ ਭੇਜੇ ਜੋ ਸਵਾਲ ਨੇ ਉਹ ਪੈਨਲ ਦੇ ਮੈਂਬਰ ਆਪਸੀ ਤਿਆਰੀ ਕਰਕੇ ਔਰ ਉਸ ਤੋਂ ਬਾਅਦ ਸ਼ਨੀਚਰ ਸ਼ੁੱਕਰਵਾਰ ਸਵੇਰੇ ਅਸੀਂ ਸਾਰੇ ਆਪਸ ਵਿੱਚ ਮਿਲਦੇ ਹਾਂ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪ ਵੱਲੋਂ ਆਏ ਸਵਾਲ ਜਿਹੜੇ ਨੇ ਉਹਨਾਂ ਦਾ ਜਿੱਥੋਂ ਤੱਕ ਪੋਸੀਬਲ ਹੈ ਸੰਭਵ ਹੈ ਗੁਰਬਾਣੀ ਤੇ ਆਧਾਰਿਤ ਮਰਿਆਦਾ ਔਰ ਬਾਕੀ ਜੋ ਟ੍ਰੈਡੀਸ਼ਨਸ ਨੇ ਉਹਨਾਂ ਤੇ ਆਧਾਰਿਤ ਆਪਾਂ ਜਵਾਬ ਦੇ ਸਕੀਏ। ਤੋ ਇਸੇ ਤਰ੍ਹਾਂ ਅੱਜ ਵੀ ਸਾਧ ਸੰਗਤ ਜੀ ਆਪ ਜੀ ਨੂੰ ਭੇਜੇ ਸਵਾਲ ਜਿਹੜੇ ਨੇ ਉਹਨਾਂ ਸਵਾਲਾਂ ਦਾ ਜ਼ਿਕਰ ਹੋਏਗਾ। ਇਹ ਸਵਾਲ ਜਿਹੜੇ ਨੇ ਇਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ, ਗੁਰਬਾਣੀ ਨਾਲ, ਗੁਰ ਇਤਿਹਾਸ ਨਾਲ ਔਰ ਚਲਤ ਜਿਹੜੀਆਂ ਸਾਡੀਆਂ ਮਰਿਆਦਾਵਾਂ ਨੇ ਉਹਨਾਂ ਬਾਰੇ ਸਵਾਲ ਨੇ। ਤੋ ਆਓ ਆਪਾਂ ਇੱਕ ਇੱਕ ਕਰਕੇ ਸਵਾਲ ਲਵਾਂਗੇ। ਤੋ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਸਾਧ ਸੰਗਤ ਜੀ ਉਹ ਹੈ, ਸਵਾਲ ਕਰਤਾ ਨੇ ਭੇਜਿਆ ਵੀ ਅਸੀਂ ਜਿਵੇਂ ਇੱਕ ਦੂਸਰੇ ਨੂੰ ਮਿਲਦੇ ਹਾਂ, ਵੀਰ ਤੇਜਿੰਦਰ ਸਿੰਘ ਜੀ ਇਹਦੀ ਡਿਟੇਲ ਦੱਸਣਗੇ, ਪਰ ਜਿਸ ਵੇਲੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਅਸੀਂ ਸਤਿ ਸ੍ਰੀ ਅਕਾਲ ਕਹਿਣ ਦਾ ਇੱਕ ਰਿਵਾਜ ਹੈ ਸਾਡੇ 'ਚ ਬਣਿਆ। ਤੋ ਸਵਾਲ ਕਰਤਾ ਨੇ ਪੁੱਛਿਆ ਵੀ ਜਿਹੜਾ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਇਹਦਾ ਅਰਥ ਕੀ ਹੈ? ਸਤਿ ਸ੍ਰੀ ਅਕਾਲ। ਸਤਿਜਿੰਦਰ ਸਿੰਘ ਜੀ ਤੁਸੀਂ ਕਿਰਪਾ ਕਰੋ ਔਰ ਇਹਦੇ ਬਾਰੇ ਵਿਚਾਰ ਪੂਰਾ ਦੱਸੋ ਕਿ ਸਤਿ ਸ੍ਰੀ ਅਕਾਲ ਕਿਉਂ ਹੈ, ਕਿਉਂ ਬੁਲਾਇਆ ਜਾਂਦਾ ਹੈ ਔਰ ਇਹਦਾ ਪੂਰਾ ਬੋਲਾ ਕੀ? ਸਤਿਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਦਾ ਕੀ ਭਾਵ ਹੈ, ਇਸ ਤੋਂ ਪਹਿਲਾਂ ਕਿ ਸਤਿ ਸ੍ਰੀ ਅਕਾਲ ਦਾ ਅਸੀਂ ਦੱਸੀਏ ਕਿ ਭਾਵ ਕੀ ਹੈ ਔਰ ਇਹ ਕਿਸ ਸਮੇਂ ਦਾ ਬੋਲਾ ਹੈ, ਮੈਂ ਇਹ ਗੱਲ ਕਹਾਂ ਕਿ ਆਮ ਤੌਰ ਦੇ ਉੱਪਰ ਇਹਨੂੰ ਜਿਹੜੇ ਸਿੱਖ ਔਰ ਗੈਰ ਸਿੱਖ ਹਨ ਜਦੋਂ ਆਪਸ ਵਿੱਚ ਸਿੱਖ ਦੇ ਨਾਲ ਮਿਲਦੇ ਹਨ ਤਾਂ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਬੁਲਾਉਂਦੇ ਹਨ। ਸਤਿ ਸ੍ਰੀ ਅਕਾਲ। ਤੇ ਛੋਟੇ ਬੱਚਿਆਂ ਨੂੰ ਅਸੀਂ ਛਾਛੀ ਸਮਝਾਉਂਦੇ ਹਾਂ ਕਿ ਚਲੋ ਉਹਨਾਂ ਦੀ ਸਮਝ ਇੰਨੀ ਹੈ, ਲੇਕਿਨ ਜਿਨ੍ਹਾਂ ਦੀ ਸਮਝ ਬੜੀ ਪ੍ਰੌੜ ਹੈ ਉਹ ਵੀ ਇਸ ਨੂੰ ਇਹਦਾ ਪ੍ਰੋਨਾਂਸੀਏਸ਼ਨ ਜਿਹੜਾ ਉਹ ਠੀਕ ਨਹੀਂ ਕਰਦੇ। ਤੇ ਮੈਂ ਬੇਨਤੀ ਕਰਾਂ ਸਭ ਤੋਂ ਪਹਿਲੇ ਕਿ ਸਤਿ ਸ੍ਰੀ ਅਕਾਲ ਸਾਡਾ ਇੱਕ ਦੂਜੇ ਨੂੰ ਮਿਲਣ ਵੇਲੇ ਦਾ ਬੋਲਾ ਨਹੀਂ ਹੈ, ਇਹ ਗ੍ਰੀਟਿੰਗ ਨਹੀਂ ਹੈ ਕਿ ਜਿਹੜੀ ਅਸੀਂ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਨੂੰ ਅਸੀਂ ਜਿਵੇਂ ਹਿੰਦੂ ਵੀਰ ਨਮਸਤੇ ਕਹਿੰਦੇ ਨੇ, ਮੁਸਲਮਾਨ ਸਲਾਮ ਅਲੈਕੁਮ ਕਹਿੰਦੇ ਨੇ ਤੇ ਅੱਗੋਂ ਜਵਾਬ ਦਿੰਦਾ ਕੋਈ ਵਾਲੇਕੁਮ ਸਲਾਮ। ਤੋ ਇਸ ਤਰ੍ਹਾਂ ਗੁੱਡ ਮਾਰਨਿੰਗ ਜਾਂ ਜਿਸ ਤਰ੍ਹਾਂ ਕਰਕੇ ਅਸੀਂ ਵਿਸ਼ ਕਰਨੇ ਆ ਇੱਕ ਦੂਜੇ ਨੂੰ, ਦੂਜੇ ਧਰਮ ਵਾਲੇ ਵੀ। ਤੋ ਇਸ ਤਰ੍ਹਾਂ ਸਿੱਖਾਂ ਦਾ ਇਹ ਬੋਲਾ ਨਹੀਂ ਹੈ। ਸਿੱਖਾਂ ਦਾ ਜੋ ਬੋਲਾ ਹੈ ਉਹ ਹੈ ਜਿਵੇਂ ਰਹਿਤਨਾਮਿਆਂ ਵਿੱਚ ਵੀ ਸਾਨੂੰ ਦੱਸਿਆ ਹੈ ਕਿ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਸਿੱਖ ਨੇ ਇੱਕ ਦੂਜੇ ਸਿੱਖ ਨੂੰ ਜਦੋਂ ਮਿਲਣਾ ਹੈ ਤਾਂ ਉਦੋਂ ਉਹਨੂੰ ਯਾਦ ਦਿਵਾਉਣਾ ਹੈ ਕਿ ਖਾਲਸਾ ਜਿਹੜਾ ਹੈ ਉਹ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਦੀ ਫਤਿਹ ਵਾਸਤੇ ਹੀ ਜੋ ਹੈ ਸਿੱਖ ਨੇ, ਖਾਲਸੇ ਨੇ ਕੰਮ ਕਰਨਾ ਹੈ। ਤੋ ਇਹ ਉਸ ਗ੍ਰੀਟਿੰਗ ਦਾ ਹੈ, ਜਦੋਂ ਸਿੱਖ ਇੱਕ ਦੂਸਰੇ ਨੂੰ ਮਿਲਦਾ ਉਦੋਂ ਅਸੀਂ ਵਿਸ਼ ਕਰਨਾ ਹੈ। ਤੋ ਇਹ ਗੱਲ ਜ਼ਰੂਰ ਨੋਟ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਨੂੰ ਇੱਕ ਦੂਜੇ ਨੂੰ ਮਿਲਣ ਲੱਗਿਆ ਸਤਿ ਸ੍ਰੀ ਅਕਾਲ ਨਹੀਂ ਬੁਲਾਣੀ,
ਤੇ ਉਹਦੇ ਵੀ ਦੇਖੋ ਮੈਂ ਬੇਨਤੀ ਕਰਾਂ ਕਿ ਆਸਟ੍ਰੇਲੀਆ ਦੇ ਵਿੱਚ ਕੁਝ ਸਮਾਂ ਦਾਸ ਨੂੰ ਰਹਿਣ ਦਾ ਸਮਾਂ ਮਿਲਿਆ ਹੈ। ਉੱਥੇ ਗੁਰਦੁਆਰੇ, ਸਿਡਨੀ ਦੇ ਗੁਰਦੁਆਰੇ ਵੀ ਜਦੋਂ ਮੈਂ ਪਹਿਲੀ ਵਾਰੀ ਗਿਆ, ਤਾਂ ਇੱਥੇ ਹਿੰਦੁਸਤਾਨ ਤੇ ਵੀ ਜਦੋਂ ਫਤਿਹ ਜਿਵੇਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਲੇਕਿਨ ਉੱਥੇ ਜਿਹੜੇ ਅਰਦਾਸ ਕਰਨ ਵਾਲੇ ਸਿੰਘ ਸੀਗੇ ਉਹਨਾਂ ਨੇ ਬਕਾਇਦਾ ਸਤਿ ਸ਼੍ਰੀ ਅਕਾਲ ਮਾਈਕ ਦੇ ਉੱਤੇ ਜ਼ੋਰ ਦੀ ਬੋਲਣਾ, ਤੇ ਉਸ ਤਰ੍ਹਾਂ ਹੀ ਅੱਗੋਂ ਸਿੰਘ ਨੇ ਜਿਹੜੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ। ਅਰਦਾਸ ਤੋਂ ਬਾਅਦ ਫਿਰ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਣਾ ਹੈ। ਤੋ ਇਹ ਜਕਾਰਾ ਹੈ ਜਿਹੜਾ ਸਿੰਘਾਂ ਦਾ ਹੈ, ਇਹ ਬੋਲਾ ਨਹੀਂ ਹੈ, ਗ੍ਰੀਟਿੰਗ ਨਹੀਂ ਹੈ, ਇਹ ਜਕਾਰਾ ਹੈ। ਜਦੋਂ ਅਸੀਂ ਅਰਦਾਸ ਤੇ ਫਿਨਿਸ਼ ਕਰਦੇ ਹਾਂ ਤੇ ਅਸੀਂ ਉਹ ਜਕਾਰਾ ਬੁਲਾਉਂਦੇ ਹਾਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਿ ਉਹ ਜਿਹੜਾ ਬੋਲੇਗਾ ਕਿ परमात्मा सत है, ट्रूथ है, और जो श्री है, ग्रेट है, और अकाल है मीन टाइमलैस है। मतलब ये तीन एट्रीब्यूट ਜਿਹੜੇ ਅਕਾਲ ਪੁਰਖ ਦੇ ਹਨ, ਜਿਹੜਾ ਉਹਨੂੰ ਰੀਇਟਰੇਟ ਕਰੇਗਾ ਇਸ ਮੌਕੇ ਦੇ ਉੱਪਰ, ਉਹਨਾਂ ਨੂੰ ਬੁਲਾਏਗਾ, ਉਹ ਨਿਹਾਲ ਹੋ ਜਾਏਗਾ, ਉਹਨੂੰ ਅਕਾਲ ਪੁਰਖ ਦੀ ਗੁਰੂ ਦੀ ਖੁਸ਼ੀ ਮਿਲੇਗੀ। तो ਇਹ ਅਸਲ ਭਾਵ ਹੈ ਜਿਹੜਾ ਪੂਰਾ ਬੋਲਾ ਹੈ, ਬੋਲੇ ਸੋ ਨਿਹਾਲ। ਜਿਹੜਾ ਬੋਲੇਗਾ ਉਹ ਨਿਹਾਲ ਹੋ ਜਾਏਗਾ। ਕੀ ਬੋਲੇਗਾ ਕਿ परमात्मा ਜਿਹੜਾ ਹੈ ट्रूथ है, सत है, और श्री है, ग्रेट है, और अकाल है कि टाइमलैस है, ਉਹਦੇ ਤੇ ਟਾਈਮ ਦਾ ਕੋਈ ਪ੍ਰਭਾਵ ਨਹੀਂ ਹੈ। तो ਇਹ ਤੇ ਗੱਲ ਹੋ ਗਈ। ਤੇ ਬਾਕੀ ਇਸ ਨੂੰ ਅਸੀਂ ਆਪਸ ਵਿੱਚ ਜਦੋਂ ਬੋਲਦੇ ਹਾਂ ਤਾਂ ਸਾਨੂੰ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਸਾਨੂੰ ਉਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਚਾਹੀਦੀ ਹੈ। ਆਸ ਹੈ ਕਿ ਜਿਨ੍ਹਾਂ ਨੇ ਇਹ ਸਵਾਲ ਕੀਤਾ ਹੈ ਉਹਨਾਂ ਨੂੰ ਇਹ ਜਵਾਬ ਨਾਲ ਕੁਝ ਤਸੱਲੀ ਹੋ ਗਈ ਹੋਵੇਗੀ। ਹੋਈਆਂ ਗਲਤੀਆਂ ਦੀ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਜਿੰਦਰ ਸਿੰਘ ਜੀ, ਮੈਂ ਇੱਕ ਤੁਹਾਨੂੰ ਹੋਰ ਪੁੱਛਣਾ ਚਾਹਨਾ ਕਿ ਇਹ ਜਿਹੜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੈ, ਜਿਸ ਵੇਲੇ ਇਹ ਜੰਗੀ ਨਾਰਾ ਵੀ ਹੈ, ਜੰਗੀ ਨਾਰਾ ਹੈ ਕਿ ਜਿਸ ਵੇਲੇ ਸਿੰਘ ਫੋਰਸਿਸ ਜਦੋਂ ਮੈਦਾਨੇ ਜੰਗ ਦੇ ਵਿੱਚ ਜਦੋਂ ਲੜਦੀਆਂ ਨੇ ਤੇ ਉਦੋਂ ਵੀ ਉਹਨਾਂ ਦੇ ਅੰਦਰ ਮੌਤ ਦਾ ਭੈ ਜਿਹੜਾ ਹੈ ਦੂਰ ਕਰਨਾ, ਉਸ ਨੂੰ ਉਸ ਵਕਤ ਪ੍ਰਮਾਤਮਾ ਦੀ ਯਾਦ ਦਿਲਾਣੀ ਕਿ ਦੁਨੀਆ ਦੇ ਅੰਦਰ ਕੇਵਲ ਪ੍ਰਮਾਤਮਾ ਹੀ ਜਿਹੜਾ ਹੈ ਉਹ ਅਕਾਲ ਹੈ, ਬਾਕੀ ਸਾਰੇ ਜਿਹੜੇ ਉਹ ਕਾਲ ਦੇ ਅੰਦਰ ਹਨ, ਉਹਨਾਂ ਨੇ ਇਸ ਵੇਲੇ ਫਾਨੀ ਸੰਸਾਰ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ। तो इस करके मैदाने जंग अंदर जिस परमात्मा दे बारे असी इत्थे जंग कर रहे हाँ, जिस धर्म युद्ध की असी जंग कर रहे हाँ, उस वास्ते सानू अपने शरीर की आहुति भी देनी पवे ते सानू देनी चाहिए है। तो ये जोर दे जो बुलाते हैं मैदाने जंग के अंदर, तो ये दुश्मनों के अंदर एक टैरर पैदा करता है, एक उन्होंने अंदर डर पैदा करता है कि ये जो लड़न वाले हैं ये सिर लथ जवान हैं, इन्होंने तो कोई परवाह नहीं, इन्होंने मौत की परवाह कोई नहीं, क्योंकि इन्होंने चो कोई पेड़ नहीं सन होंगे, सारे सेवा करने वाले सिंह होंगे सन ते धर्म युद्ध को चाह वास्ते ये लड़ते सन। ते जिवें गुरु गोबिंद सिंह पातशाह बारे कहा जाता है, तो भई जीत मेरी किरपा काल केरी, कि भंगानी के युद्ध तो बाद उन्होंने गल कही जाती उन्होंने बारे कि जिस वेले वो रणंग जीत आए, जयंग गीत गाए, जो जित के रण विच आए तो उन्होंने खुशी के गीत गाए कि भई जीत मेरी किरपा काल केरी, कि किरपा काल पुरख दी हुई है, जिसनों मैदाने जंग के अंदर उन्होंने वाहिगुरू जी का खालसा और वाहिगुरू जी की फतेह और बोले सो निहाल सत श्री अकाल दे नाल उन्होंने याद किया है। मेरे ख्याल मुताबिक इस तरह इसनों असीं ऐड करिए तो होर ज़्यादा जिहड़ी क्लैरिटी संगतां नूं हो जाएगी। वाहिगुरू जी का खालसा वाहिगुरू जी की फतेह। बहुत खूब जी वीर तजिंदर सिंह जी, आप जी ने चानना पाया सत श्री अकाल भी। ये पूरा बोला तो है बोले सो निहाल सत श्री अकाल। और जिस वेले ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ और ਸਿੰਘ ਜਿਹੜੇ ਨੇ ਉਹ ਛੋਟੇ ਛੋਟੇ ਟੁਕੜੀਆਂ ਦੇ ਵਿੱਚ ਕਦੀ ਕਿਤੇ ਰਹਿੰਦੇ ਸਨ, ਤਾਂ ਉਸ ਵੇਲੇ ਵੀ ਇਹ ਜਿਹੜਾ ਜੰਗੀ ਨਾਰਾ ਸਾਡਾ ਇਹਨੇ ਬੜਾ ਕੰਮ ਕੀਤਾ। ਜਿਸ ਵੇਲੇ ਕਿਸੇ ਦੁਸ਼ਮਣ ਨੇ ਦੂਰੋਂ ਆਉਂਦਾ ਦਿਸਣਾ ਤਾਂ ਜਿਹੜੇ ਸਿੰਘ ਨੂੰ ਦਿਸਣਾ ਉਹਨੂੰ ਉੱਚੀ ਸਾਰੀ ਕਹਿਣਾ ਬੋਲੇ ਸੋ ਨਿਹਾਲ, ਤੇ ਦੂਸਰੇ ਪਾਸੇ ਭਾਵੇਂ 5-10 ਹੀ ਹੁੰਦੇ ਸੀ, ਉਹਨਾਂ ਕਹਿਣਾ ਸਤਿ ਸ੍ਰੀ ਅਕਾਲ, ਤੇ ਇਹ ਦੁਸ਼ਮਣ ਵੀ ਕਈ ਵਾਰੀ ਭੱਜ ਜਾਂਦੇ ਸਨ। ਤਾਂ ਵੀਰ ਜੀ ਨੇ ਬੜੇ ਬਖੂਬੀ ਦੱਸਿਆ। ਸੰਗਤ ਜੀ ਗੱਲ ਤੇ ਇਹ ਹੈ ਕਿ ਜਿਹੜੀ ਵੀਰ ਜੀ ਨੇ ਗੱਲ ਦੱਸੀ ਹੈ ਕਿ ਇਹ ਸਾਡਾ ਜੰਗੀ ਨਾਰਾ, ਸਾਡੀ ਜਿਹੜੀ ਗ੍ਰੀਟਿੰਗਸ ਹੈ ਇੱਕ ਦੂਜੇ ਨੂੰ ਮਿਲਣ ਵੇਲੇ, ਉਹ ਤਾਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਇੱਕ ਬੇਨਤੀ ਕਰਦੇ ਹਾਂ ਵੀ ਕਈ ਵਾਰੀ ਇੰਜ ਲੱਗਦਾ ਹੈ ਕਿ ਕਈ ਇਹ ਮਹਿਸੂਸ ਕਰਦੇ ਨੇ ਵੀ ਫਤਿਹ ਬੁਲਾਉਣ ਲੱਗੇ ਨਾ ਥੋੜੇ ਜਿਵੇਂ ਦੇ ਆਰ ਸ਼ਾਈ, ਮਤਲਬ ਸ਼ਾਈ ਨਹੀਂ ਹੋਣਾ ਚਾਹੀਦਾ। ਸਾਡਾ ਨਾਰਾ ਹੈਗਾ, ਇਹ ਸਾਡੀ ਗ੍ਰੀਟਿੰਗ ਹੈ, ਸਾਨੂੰ ਗੁਰੂ ਨੇ ਦਿੱਤੀ ਹੈ ਔਰ ਬੜੀ ਚੜ੍ਹਦੀ ਕਲਾ ਲਈ ਹੈ।
ਫਤਿਹ ਬੁਲਾਉਣੀ ਚਾਹੀਦੀ ਹੈ। ਪਰ ਉਂਝ ਤੁਸੀਂ ਬੇਸ਼ੱਕ ਸਰਵੇ ਕਰਕੇ ਦੇਖੋ ਕਿ ਕਿੰਨੇ ਕੁ % ਜਿਹੜੇ ਨੇ ਆਪਾਂ ਸਿੱਖ ਘਰਾਣੇ ਆ ਉਹ ਫਤਿਹ ਬੁਲਾਉਂਦੇ ਆ, ਤੇ ਕਿੰਨੇ ਉਹ ਜਿਵੇਂ ਵੀਰ ਜੀ ਦੱਸਿਆ ਸਤਿ ਸ੍ਰੀ ਅਕਾਲ ਵੀ ਪੂਰਾ ਸਤਿ ਸ੍ਰੀ ਅਕਾਲ ਕਹਿ ਬੜੀ ਤੇਜ਼ੀ ਨਾਲ। ਤੇ ਇਹਦਾ ਮਤਲਬ ਇਹ ਹੈ ਕਿ ਇਹ ਸਾਨੂੰ ਇਹ ਖਿਆਲ ਹੋਣਾ ਚਾਹੀਦਾ ਕਿ ਸਾਡਾ ਇਹੀ ਮਿਲਣ ਵੇਲੇ ਗ੍ਰੀਟਿੰਗ ਵੇਲੇ ਫਤਿਹ ਬੁਲਾਉਣੀ ਹੈ ਔਰ ਫਤਿਹ ਹੀ ਸਾਨੂੰ ਬੁਲਾਉਣੀ ਚਾਹੀਦੀ। ਤੇ ਇੱਕ ਵਾਰੀ ਦੀ ਗੱਲ ਹੈ ਵੀ ਕਿਸੇ ਇਸੇ ਤਰ੍ਹਾਂ ਕੋਈ ਸੱਜਣ ਕਹਿ ਰਿਹਾ ਸੀਗਾ, ਯੰਗ ਮੈਨ ਬੱਚਿਆਂ ਨੂੰ ਉਪਦੇਸ਼ ਦੇ ਰਿਹਾ ਸੀ ਵੀ ਤੁਸੀਂ ਜੀ ਫਤਿਹ ਬੁਲਾਇਆ ਕਰੋ। ਤੇ ਇੱਕ ਟੁੱਚਰਬਾਜ਼ ਮੁੰਡੇ ਨੇ ਕਿ ਕਹਿਤਾ ਲਓ ਜੀ ਇਹ ਤੇ ਬੜਾ ਲੰਬਾ ਬਣ ਜਾਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹਨੇ ਅੱਗੋਂ ਜਿਹੜਾ ਜਵਾਬ ਦਿੱਤਾ ਬੜਾ ਕਮਾਲ ਦਾ ਸੀ, ਕਹਿੰਦਾ ਗੱਲ ਇਹ ਹੈ ਬਈ ਇਹ ਜਿਹੜਾ ਸਾਡੀ ਵਾਹਿਗੁਰੂ ਜੀ ਕੀ ਫਤਿਹ ਹੈ ਨਾ, ਇਹ ਚੜ੍ਹਦੀ ਕਲਾ ਵਾਲੇ ਸਿੰਘਾਂ ਲਈ ਹੈ। ਕਹਿੰਦਾ TB ਦੇ ਮਰੀਜ਼ਾਂ ਲਈ ਨਹੀਂ ਹੈਗੀ, ਜੇ ਤੇਰੀ ਛਾਤੀ ਦੁਖਦੀ ਹੈ ਤੂੰ ਨਾਮ ਬੁਲਾਇਆ ਕਰ। ਸੋ ਮਤਲਬ ਇਹ ਹੈ ਕਿ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਔਰ ਫਤਿਹ ਬੁਲਾਉਣੀ ਚਾਹੀਦੀ ਹੈ, ਸੰਗਣਾ ਨਹੀਂ ਚਾਹੀਦੀ ਕੋਈ ਕੀ ਕਹੇਗਾ। ਕਹਿਣਾ ਕੀ, ਇਹ ਸਾਡਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ। ਔਰ ਇਹ ਜਿਵੇਂ ਵੀਰ ਜੀ ਨੇ ਦੱਸਿਆ ਕਿ ਹਰ ਮਤ ਦਾ ਆਪੋ ਆਪਣਾ, ਜਿਸ ਵੇਲੇ ਆਪਾਂ ਮਿਲਦੇ ਹਾਂ ਤੇ ਕੋਈ ਉਹਨੂੰ ਨਮਸਤੇ ਕਹਿੰਦਾ, ਕੋਈ ਸਲਾਮ ਅਲੈਕੁਮ ਕਹਿੰਦਾ ਕੁਛ, ਤੇ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਅਸੀਂ ਫਤਿਹ ਦੇ ਪ੍ਰੇਮੀ ਹਾਂ ਔਰ ਫਤਿਹ ਸਾਡਾ ਟਾਰਗੇਟ ਹੈ ਤੇ ਫਤਿਹ ਹੀ ਸਤਿਗੁਰੂ ਨੇ ਸਾਨੂੰ ਬਖਸ਼ਣੀ। ਧੰਨਵਾਦ ਵੀਰ ਜੀ ਇੱਕ ਵਾਰ ਫੇਰ ਆਪ ਜੀ। ਤਾਂ ਆਓ ਸਤ ਸੰਗਿਓ, ਅਗਲਾ ਜਿਹੜਾ ਸਵਾਲ ਹੈ ਉਹ ਹੈ ਅੱਖਰਾਂ ਦੇ ਉਚਾਰਨ ਵਾਲੇ। ਕੁਝ ਅੱਖਰ ਜਿਹੜੇ ਨੇ ਉਹ ਸਾਡੇ ਜ਼ਿਹਨ ਚੋਂ ਅਲੋਪ ਹੁੰਦੇ ਜਾ ਰਹੇ ਨੇ ਪਰ ਗੁਰਬਾਣੀ 'ਚ ਹਨ। ਤੋ ਇੱਕ ਅੱਖਰ ਹੈ ඤ, ਚੱਚਾ ਛੱਛਾ ਜੱਜਾ ਝੱਜਾ ඤ। ਉਹ ਜਿਹੜਾ ඤ ਅੱਖਰ ਹੈ ਉਹਨੂੰ ਉਚਾਰਨ ਕਿਵੇਂ ਕਰਨਾ ਹੈ, ਇਹ ਸਾਨੂੰ ਸਵਾਲ ਹੀ ਦੇਖੋ ਆਇਆ, ਕਮਾਲ ਦਾ ਸਵਾਲ ਹੈ ਕਿ ඤ ਦਾ ਉਚਾਰਨ ਕਿਵੇਂ ਕਰਨਾ। ਪਰ ਚਲੋ ਸਵਾਲ ਤਾਂ ਸਵਾਲ ਹੈ ਔਰ ਜਵਾਬ ਵੀ ਦੇਣਾ ਹੈ। ਸਾਕਿਕਾ ਸਿੰਘ ਜੀ ਆਓ ਜ਼ਰਾ ਅਨਮਿਊਟ ਕਰ ਲਓ ਔਰ ਇਹ ਦੱਸੋ ਕਿ ඤ ਦਾ ਉਚਾਰਨ ਕਿਵੇਂ ਕੀਤਾ ਜਾਏ। ਹਾਂਜੀ ਅਨਮਿਊਟ ਕਰ ਲਓ ਜੀ ਕਿਕਰ ਸਿੰਘ ਜੀ। ਹਾਂਜੀ ਕਰ ਲੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜਿਹੜਾ ਇਹ 2 ਅੱਖਰਾਂ ਦਾ ਉਚਾਰਨ ਪੁੱਛਿਆ ਗਿਆ, ੰਗਾ ਔਰ ඤ, ਤੇ ਜਿਹੜਾ ੰਗਾ ਹੈ ਇਹ ਸਾਡੀ ਵਰਨਮਾਲਾ ਦਾ ਜੋ ਪੰਜਾਬੀ ਦੀ 35 ਹੈ ਉਹਦਾ 10ਵਾਂ ਅੱਖਰ ਹੈ। ਇਸੇ ਤਰ੍ਹਾਂ ਹੀ ਜਿਹੜਾ ඤ ਹੈ, ਚੱਚਾ ਛੱਛਾ ਜੱਜਾ ਝੱਜਾ ඤ, ਉਹ ਸਾਡੀ 35 ਦਾ 15ਵਾਂ ਅੱਖਰ ਹੈ। ਸੋ ਇਹਨਾਂ ਦਾ ਜਿਹੜਾ ਉਚਾਰਨ ਹੈ ਇਹ ਆਮ ਤੌਰ ਤੇ ਕਈ ਵਾਰੀ ਅਸੀਂ ਠੀਕ ਨਹੀਂ ਵੀ ਕਰ ਪਾਉਂਦੇ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਪਰ ਇਸ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਕਿ ਇਹ ਜਦੋਂ ਅੱਖਰ ਮੂਹਰੇ ਲੱਗ ਜਾਂਦਾ ਪਰ ਇਹਦਾ ਆਪਣਾ ਅਰਥ ਕੋਈ ਨਹੀਂ ਹੁੰਦਾ। ਜਿਹੜਾ ੰਗਾ ਹੈ ਇਹ ਆਮ ਤੌਰ ਤੇ ਗੱਗੇ ਵਾਲਾ ਅਰਥ ਹੀ ਦਿੰਦਾ। ਇਸੇ ਤਰ੍ਹਾਂ ਹੀ ਜਿਹੜਾ ඤ ਹੈ ਇਹ ਜੱਜੇ ਵਾਲਾ ਅਰਥ ਦਿੰਦਾ ਪਰ ਉਚਾਰਨ ਇਹਦਾ ਆਪਣਾ। ਜਿਵੇਂ ਹੁਣ ਆਪਾਂ ਇੱਕ ਸ਼ਲੋਕ ਲੈਂਦੇ ਹਾਂ, ਗੌੜੀ 52 ਅੱਖਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 251 ਉੱਪਰ। ਜ਼ਿਆਦਾ ਵਰਤੋਂ ਇਹਨਾਂ ਦੋਨਾਂ ਅੱਖਰਾਂ ਦੀ ਗੌੜੀ 52 ਅੱਖਰੀ ਦੇ ਵਿੱਚ ਹੀ ਕੀਤੀ ਗਈ ਹੈ ਔਰ 5ਵੇਂ ਪਾਤਸ਼ਾਹ ਨੇ ਇਹਨਾਂ ਦੀ ਵਰਤੋਂ ਕੀਤੀ ਹੈ। ਸ਼ਲੋਕ ਅਨੇਕ ਭੇਖ ਅਰ ਗਿਆਨ ਧਿਆਨ। ਇੱਥੇ ਜਿਹੜਾ ਅਰਥ ਹੈ ਉਹ ਗਿਆਨ ਵਾਲਾ ਹੀ ਹੈ ਲੇਕਿਨ ਉਚਾਰਨ ਗਿਆਨ ਧਿਆਨ। ਅਨੇਕ ਭੇਖ ਅਰ ਗਿਆਨ ਧਿਆਨ, ਮਨ ਹੱਠ ਮਿਲਿਓ ਨਾ ਕੋਈ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਭਗਤ ਗਿਆਨੀ ਇੱਥੇ ੰਗੇ ਨਾਲ ਹੀ ਬੋਲਣਾ, ਨਾਸਕੀ ਉਚਾਰਨ ਕਰਨਾ ਤੇ ਗੱਗਾ ਨਹੀਂ ਉਚਾਰਨਾ। ਗਿਆਨੀ ਸੋਏ ਅਰਥ ਇਹਦਾ ਗਿਆਨੀ ਵਾਲਾ ਜਾਂ ਗੱਗੇ ਵਾਲਾ ਹੀ ਹੈ ਪਰ ਉਚਾਰਨ ਇਹਦਾ ਆਪਣਾ ਮੌਲਿਕ ਰੂਪ ਦੇ ਵਿੱਚ ੰਗੇ ਵਾਲਾ। ਭਗਤ ਗਿਆਨੀ ਸੋਏ। ਇਸੇ ਤਰ੍ਹਾਂ ਹੀ ਇਹਦੇ ਨਾਲ ਪੌੜੀ ਆ ਜਾਂਦੀ ਹੈ ਜੀ, ੰਗਾ ਗਿਆਨ ਨਹੀਂ ਮੁੱਖ ਬਾਤੋਂ, ਗਿਆਨੀ ਸੋਏ ਜਾ ਕੇ ਦ੍ਰਿੜ ਸੋਊ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਗਿਆਨੀ ਤਤ ਗੁਰਮੁਖ ਵਿਚਾਰੀ। ਗਿਆਨੀ ਤਤ ਗੁਰਮੁਖ ਵਿਚਾਰੀ। ਅੱਗੇ ਫਿਰ ਸ਼ਲੋਕ ਦੇ ਵਿੱਚ ਫਿਰ ੰਗਾ ਦੀ ਵਰਤੋਂ ਕੀਤੀ ਗਈ ਹੈ। ੰਗਾ ਜਿਹੜਾ 10ਵਾਂ ਅੱਖਰ ਹੈ, ngਣ ਘਾਲੇ ਸਭ ਦਿਵਸ ਸਾਸ, ਭਾਵ ਗਿਣਤੀ ਕਰਕੇ। ਇੱਥੇ ਵੀ ਗੱਗੇ ਵਾਲਾ ਜਿਹੜਾ ਇਹਦਾ ਅਰਥ ਹੈ, ngਣ ਘਾਲੇ ਸਭ ਦਿਵਸ ਸਾਸ, ਨਾ ਵੱਢਣ ਘਟਣ ਤਿਲ ਸਾਰ। ਫਿਰ ਪੌੜੀ ਦੇ ਵਿੱਚ ਅੱਗੇ
ਗੰਗਾ ਦੀ ਵਰਤੋਂ ਕੀਤੀ ਗਈ ਹੈ। ਗੰਗਾ ਗਰਾਸੈ ਕਾਲ ਤਹਿ, ਮਤਲਬ ਗਰਾਸਦਾ ਹੈ, ਖਾਂਦਾ ਹੈ, ਨਿਗਲ ਜਾਂਦਾ ਹੈ। ਜਿਹੜਾ ਸਮਾਂ ਹੈ, ਕਾਲ ਹੈ, ਇਹ ਉਸ ਨੂੰ ਨਿਗਲ ਜਾਂਦਾ ਹੈ। ਤੇ ਇਹਦਾ ਜਿਹੜਾ ਉਪਦੇਸ਼ ਹੈ ਗੁਰੂ ਸਾਹਿਬ ਗੰਗਾ ਅੱਖਰ ਰਾਹੀਂ ਦਿੰਦੇ ਆ। ਗੰਗਾ ਗਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ, ਜੋ ਪ੍ਰਭੂ ਨੇ ਸਾਖਤ ਬਣਾ ਦਿੱਤੇ ਉਹਨਾਂ ਨੂੰ ਜਿਹੜਾ ਕਾਲ ਹੈ ਉਹ ਖਾ ਜਾਂਦਾ ਹੈ, ਗ੍ਰਸ ਲੈਂਦਾ ਹੈ। ਗਿਆਨ ਧਿਆਨ ਤਾਹੂ ਕੋ ਆਏ, ਅੱਗੇ ਗਣਤੀ ਗਣੀ ਨਹੀਂ ਕੋ ਛੂਟੇ, ਭਾਵ ਗਿਣਤੀਆਂ ਮਿਣਤੀਆਂ ਨਾਲ ਕੋਈ ਇਹ ਦੁਨੀਆ ਤੋਂ ਛੁੱਟ ਨਹੀਂ ਸਕਦਾ। ਗਣਤੀ ਗਣੀ ਤੇ ਆਤੇ ਦਾ ਗਣਤੀ ਗਣੀ ਹੈ, ਗੱਗੇ ਵਾਲਾ ਹੀ ਰਹਿਣਾ, ਪਰ ਉਚਾਰਨ ਗੰਗੇ ਵਾਲਾ ਹੀ ਕਰਨਾ ਹੈ। ਇਸੇ ਤਰ੍ਹਾਂ ਹੀ ਜਿਹੜਾ ඤ ਅੱਖਰ ਹੈ ਇਹ 15ਵਾਂ ਅੱਖਰ ਹੈ। ਜਿਵੇਂ ਕਿ ਇੱਕ ਦਿਨ ਪਹਿਲਾਂ ਵੀ ਵਿਚਾਰ ਹੋਈ ਸੀ ਵੀ ਜਿਹੜੇ ਚੌਥੇ ਅੱਖਰ ਹੈ, ਪਹਿਲੀ ਪੰਕਤੀ ਛੱਡ ਕੇ ਤੇ ਆਖਰੀ ਪੰਕਤੀ ਛੱਡ ਕੇ ਬਾਕੀ ਜਿਹੜੀਆਂ 5 ਪੰਕਤੀਆਂ ਹੈ ਉਹਨਾਂ ਦੇ ਜਿਹੜੇ ਚੌਥੇ ਅੱਖਰ ਹੈ, ਜਿਵੇਂ ਫਰਜ਼ ਕਰ ਲਓ ਪਹਿਲੀ ਪੰਕਤੀ ਕੱਕੇ ਵਾਲੀ ਹੈ ਉਹਦਾ ਘੱਗਾ, ਚੱਚੇ ਵਾਲੀ ਦਾ ਝੱਜਾ, ਇਹਨਾਂ ਦਾ ਵੀ ਉਚਾਰਨ 2 ਰੂਪ ਦਾ ਹੈ। ਉਹ ਕਿਤੇ ਆਪਾਂ ਫੇਰ ਗੱਲ ਕਰਾਂਗੇ। ਅੱਗੇ ਆ ਗਿਆ ਜੀ ඤ, ਜਿਹੜਾ 15ਵਾਂ ਅੱਖਰ ਹੈ। ਇਹਦੀ ਗੁਰੂ ਸਾਹਿਬ ਨੇ ਪਹਿਲਾਂ ਸ਼ਲੋਕ ਦੇ ਵਿੱਚ ਵਰਤੋਂ ਕੀਤੀ ਹੈ ਜੀ, ਯਤਨ ਕਰੋ ਤੁਮ ਅਣਖ ਵਿਦ, ਤੇ ਇਹਦਾ ਜਿਹੜਾ ਅਰਥ ਹੈ ਉਹ ਜੱਜੇ ਵਾਲਾ ਹੀ ਰਹਿਣਾ, ਲੇਕਿਨ ਜਿਹੜਾ ਉਚਾਰਨ ਹੈ ਉਹ ඤ ਨਾਲ ਹੀ ਹੋਣਾ। ਚੱਚਾ ਚੱਚਾ ਜੱਜਾ ਝੱਜਾ ඤ, ਯਤਨ ਕਰੋ ਤੁਮ ਅਣਖ ਵਿਦ ਰਹਿਣ ਨਾ ਪਾਵੋ ਮੀਤ। ਅੱਗੇ ਜੀ ਪੌੜੀ ਦੇ ਵਿੱਚ ਫਿਰ ඤ ਅੱਖਰ ਦੀ ਵਰਤੋਂ ਕੀਤੀ ਹੈ। ඤ ਅੱਖਰ ਦੇ ਰਾਹੀਂ ਗੁਰੂ ਸਾਹਿਬ ਉਪਦੇਸ਼ ਕਰਦੇ ਹੈ। ඤ ਜਾਣੋ ਦ੍ਰਿੜ ਸਹੀ, ਜਾਣੋ ਤੋਂ ਭਾਵ ਜਾਣੋ, ਆਥੇ ਦਾ ਜੱਜੇ ਵਾਲਾ ਹੀ ਹੈ ਲੇਕਿਨ ਉਚਾਰਨ ਆਪਣਾ ਮੌਲਿਕ ਰੂਪ ඤ ਵਾਲਾ। ਜਾਣੋ ਦ੍ਰਿੜ ਸਹੀ ਬਿਨਸ ਜਾਤ ਇਹ ਹੇਤ। ਅੱਗੇ ਫਿਰ ਹੈ ਜੀ ਯੋਂ ਪੇਖੋਂ ਸੋ ਬਿਨਸੋ, ਇਹਦਾ ਅਰਥ ਜੱਜੇ ਵਾਲਾ ਹੀ ਹੈ। ਜੋ ਪੇਖੋਂ, ਜੋ ਮੈਂ ਦੇਖਦਾ ਹਾਂ, ਸੋ ਨਾਸ਼ਵਾਨ ਹੈ, ਤੇ ਉਚਾਰਨ ਇਹਦਾ ਆਪਣਾ ඤ ਵਾਲਾ, ਯੋਂ ਪੇਖੋਂ ਨਾਸਕੀ ਉਚਾਰਨ ਹੋਣਾ ਜੀ। ਅੱਗੇ ਫਿਰ ਜਾਣੋ ਜਾਂ ਵਿਦ ਸਹੀ, ਫਿਰ ਅੱਗੇ ਜਾਨਤ ਸੋਈ ਸੰਤ ਸੋਏ, ਤੇ ਜਾਨਤ ਸੋਈ ਆਥੇ ਦਾ ਕਰਾਂਗੇ ਜਾਨਤ ਸੋਈ, ਉਚਾਰਨ ඤ ਨਾਲ, ਜਾਨਤ ਸੋਈ ਸੰਤ ਸੋਈ ਭ੍ਰਮ ਤੇ ਕੀਚਤ ਭਿੰਨ। ਫਿਰ ਅੱਗੇ ඤ ਦੀ ਵਰਤੋਂ ਹੋਈ ਹੈ ਜੀ, ਜਾਂ ਕਹਿ ਹੱਥ ਸਮਰੱਥ ਤੇ ਕਾਰਨ ਕਰਨੇ ਯੋਗ, ਜਿਹਦੇ ਹੱਥ ਵਿੱਚ ਸਾਰੀ ਸਮਰੱਥਾ ਹੈ। ਇੱਥੇ ਜਾ ਕੇ, ਆਥੇ ਦਾ ਜਾ ਕੇ ਹੈ, ਉਚਾਰਨ ਆਪਣਾ ඤ ਵਾਲਾ ਹੀ ਹੈ। ਜਾਂ ਕਹਿ ਹੱਥ ਸਮਰੱਥ, ਭਾਵ ਜਿਹਦੇ ਹੱਥ ਵਿੱਚ ਸਮਰੱਥਾ ਹੈ ਤੇ ਮੈਨੇ ਉਹ ਕਾਰਨ ਕਰਨੇ ਯੋਗ, ਉਹੀ ਸਭ ਕੁਝ ਕਰਨ ਦੇ ਯੋਗ ਹੈ। ਨਾਨਕ ਤੇ ਉਸਤਤ ਕਰੋ, ਮੈਂ ਉਸ ਦੀ ਉਸਤਤ ਕਰਦਾ ਹਾਂ। ਯਾਹੂ ਕੀਓ ਸੰਜੋਗ, ਜਿਸ ਨੇ ਇਹ ਸਾਰਾ ਸੰਜੋਗ ਬਣਾਇਆ ਜੋ ਮਿਲਦਾ, ਤੇ ਮੈਂ ਉਸ ਦੀ ਉਸਤਤ ਕਰਦਾ ਹਾਂ। ਉਚਾਰਨ ඤ ਵਾਲਾ ਕਰਨਾ, ਲੇਕਿਨ ਇਹਦਾ ਜਿਹੜਾ ਅਰਥ ਹੈ ਉਹ ਜੱਜੇ ਵਾਲਾ ਹੀ ਰਹਿਣਾ। ਐਵੇਂ ਗੰਗੇ ਵਾਲਾ ਜਿਹੜਾ ਅਰਥ ਗੱਗੇ ਵਾਲਾ ਹੀ ਰਹਿਣਾ, ਲੇਕਿਨ ਉਚਾਰਨ ਉਹਦਾ ਮੌਲਿਕ ਰੂਪ ਗੰਗੇ ਵਾਲਾ ਹੀ ਹੋਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਇਹ ਬੜਾ ਅਹਿਮ ਸਵਾਲ ਸੀ, ਕਿਉਂਕਿ ਸਮੇਂ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਅਸੀਂ ਭੁੱਲਦੇ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਜਿਸ ਵੇਲੇ ਅਸੀਂ ਸਹਿਜ ਪਾਠ ਕਰਦੇ ਹਾਂ ਤਾਂ ਅਸੀਂ ਉੱਥੇ ਦੇਖਦੇ ਹਾਂ ਜਿੱਥੇ ਗੰਗਾ ਤੇ ਜੰਜਾਂ ਜਿਹਦੀ ਡਿਟੇਲ ਵੀਰ ਜੀ ਨੇ ਹੁਣ ਦੱਸੀ ਹੈ ਕਿੱਕਰ ਸਿੰਘ ਜੀ ਨੇ, ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਪੈਰ ਵਿੱਚ ਚੱਚਾ, ਨੰਨਾ, ਤੱਤਾ, ਵਵਾ, ਹਾਹਾ, ਯਈਆ ਆਉਂਦੇ ਨੇ, ਔਰ ਉਹਨਾਂ ਦਾ ਕੋਈ ਮਤਲਬ ਹੈ। ਪਰ ਸਮੇਂ ਦੇ ਨਾਲ ਪਤਾ ਨਹੀਂ ਕੀ ਗੱਲ ਹੈ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਛੱਡ ਗਏ। ਹੁਣ ਅੱਜ ਦੀ ਤਰੀਕ ਵਿੱਚ ਪੈਰ ਵਿੱਚ ਨੰਨਾ, ਪੈਰ ਵਿੱਚ ਤੱਤਾ, ਪੈਰ ਵਿੱਚ ਚੱਚਾ ਲੱਗਦਾ ਨਹੀਂ ਕਦੀ ਕੋਈ ਪਾਇਆ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਵੇਲੇ ਪਾਠ ਕਰਦੇ ਹਾਂ ਉਹਦੇ 'ਚ ਹੈ। ਔਰ ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਕਿ ਜੇ ਪੈਰ ਵਿੱਚ ਤੱਤਾ ਤੇ ਪੂਰਾ ਤੱਤਾ, ਦੋਨਾਂ ਦੇ ਉਚਾਰਨ ਵਿੱਚ ਵੀ ਫਰਕ ਹੈਗਾ। ਇਹ ਇੱਕ ਲੰਬਾ ਵਿਸ਼ਾ ਹੈ, ਪਰ ਮੈਂ ਸਿਰਫ ਇਸ ਕਰਕੇ ਟੂਕ ਮਾਤਰ ਕਹਿ ਰਿਹਾ ਕਿ ਸੰਗਤ ਜੀ ਇਸ ਪਾਸੇ ਧਿਆਨ ਦਿੱਤਾ ਜਾਏ ਕਿ ਸਮੇਂ ਦੇ ਨਾਲ ਅਸੀਂ ਚੀਜ਼ਾਂ ਛੱਡ ਗਏ ਹਾਂ। ਇਸੇ ਤਰ੍ਹਾਂ ඤ ਤੇ ਗੰਗਾ, ਇਹਦੀ ਆਪਾਂ ਉਚਾਰਨ, ਇਹਦਾ ਵਰਤੋਂ ਛੱਡਤੀ ਹੈ। ਤੇ ਜਿਵੇਂ ਕਹਿੰਦੇ ਨਾ ਕੋਈ ਚੀਜ਼ ਨਾ ਵਰਤੋ ਬੜੀ ਦੇਰ ਤੇ ਉਹਨੂੰ ਜੰਗਾਲ ਲੱਗ ਜਾਂਦਾ, ਇਸੇ ਤਰ੍ਹਾਂ ਅਸੀਂ ਵਰਤਣੀ ਛੱਡਤੀ ਹੈ ਤੇ ਇਹ ਸਾਨੂੰ ਉਚਾਰਨਾ ਵੀ ਔਖਾ ਹੋ ਗਿਆ। ඤ ਤੇ ਗੰਗਾ ਜਿਹੜਾ ਹੈ
ਆਮ ਤੌਰ ਤੇ ਤੁਸੀਂ ਕਦੀ ਟਰਾਈ ਕਰਕੇ ਦੇਖਣਾ ਕਿ ਬਾਕੀ ਅੱਖਰ ਤੇ ਸਾਰੇ ਉਚਾਰੇ ਜਾਣਗੇ, ਪਰੰਤੂ ਕਈ ਐਸੇ ਸੱਜਣ ਨੇ ਸਾਡੇ ਵੀਰ ਭੈਣਾਂ ਜਿਹੜੇ ਨਿੰਝਾਂ ਤੇ ਗੰਘਾਂ ਜਿਹੜਾ ਉਹਨੂੰ ਉਚਾਰਨ ਦਾ ਉਹਨਾਂ ਨੂੰ ਸਮੱਸਿਆ ਆਉਂਦੀ। ਅਸੀਂ ਜਿਸਲੇ ਬੱਚਿਆਂ ਨੂੰ ਜਾਂ ਦੂਜਿਆਂ ਨੂੰ ਪੰਜਾਬੀ ਕਲਾਸ ਦੀ ਇੱਥੇ ਲਈਦੀ ਹੈ ਹਫ਼ਤਾਵਾਰੀ, ਤਾਂ ਉਹਦੇ ਨਿੰਝਾਂ ਗੰਘਾਂ ਤੇ ਆ ਕੇ ਬੜਾ ਕੰਮ ਖੜੋਤ ਆ ਜਾਂਦੀ ਵੀ ਇਹ ਕਿਵੇਂ ਬੋਲਣਾ ਜੀ। ਭਾਵ ਬੜੀ ਸੋਹਣੀ ਪੰਜਾਬੀ ਬੋਲਣ ਵਾਲੇ ਵੀ ਨਿੰਝਾਂ ਗੰਘਾਂ ਤੇ ਆ ਕੇ ਰੁਕ ਜਾਂਦੇ ਨੇ। ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਜਿਹੜਾ ਗੰਘਾ ਹੈ ਉਹ ਜਿਸ ਵੇਲੇ ਸਾਡੀ ਜੀਭ ਦਾ ਐਂਡ ਹੈ ਬਿਲਕੁਲ ਉਹ ਹਿੱਸਾ ਸੰਘ ਨਾਲ ਟੱਚ ਕਰਦਾ ਤੇ ਗੰਘਾ ਬੋਲਿਆ ਜਾਂਦਾ ਹੈ। ਜੇ ਨਿੰਝਾਂ ਬੋਲਣਾ ਹੋਵੇ ਤੇ ਜੀਭ ਦੇ ਮਿਡਲ ਵਿੱਚ ਅੱਧ ਵਿੱਚ ਜਿਹੜੀ ਹੈ ਉਹ ਤਾਲੂ ਨਾਲ ਟੱਚ ਕਰੇਗੀ, ਫਿਰ ਨਿੰਝਾਂ ਬੋਲਿਆ ਜਾਏਗਾ। ਥੋੜੀ ਪ੍ਰੈਕਟਿਸ ਦੀ ਲੋੜ ਹੈ। ਤਾਂ ਖੈਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਪੂਰਨ ਤੌਰ ਤੇ ਖਿਆਲ ਰੱਖ ਕੇ ਪਾਠ ਕਰਨਾ ਚਾਹੀਦਾ ਹੈ। ਮੈਂ ਰਿਪੀਟ ਕਰ ਰਿਹਾ ਕਿ ਪੈਰ ਵਿੱਚ ਪਿਆ ਅੱਧਾ ਅੱਖਰ ਤੇ ਪੂਰਾ ਅੱਖਰ, ਇਹ ਦੋਨਾਂ ਦੇ ਉਚਾਰਨ ਵਿੱਚ ਜਿਹੜਾ ਉਹ ਫਰਕ ਪੈਂਦਾ ਤੇ ਰਿਦਮ 'ਚ ਹੀ ਫਰਕ ਪੈ ਜਾਂਦਾ। ਸੋ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਵੀਰ ਕਿੱਕਰ ਸਿੰਘ ਜੀ ਨੇ ਨਿੰਝਾਂ ਤੇ ਗੰਘਾਂ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦਾਂ ਦੀ ਉਦਾਹਰਨਾਂ ਦੇ ਕੇ ਸਾਨੂੰ ਸਮਝਾਈਆਂ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਗਰੁੱਪ ਚੈਟ ਦੇ ਵਿੱਚ ਨਾ ਕਾਫੀ ਸਵਾਲ ਨਾਲ ਆ ਰਹੇ ਨੇ। 3-4 ਸਵਾਲ ਵੀਰ ਤੇਜਿੰਦਰ ਸਿੰਘ ਜੀ ਆਪ ਨਾਲ ਰਿਲੇਟਡ ਨੇ। ਤੋ ਮੈਂ ਜਿਨ੍ਹਾਂ ਨੇ ਸਵਾਲ ਲਿਖੇ ਨੇ ਜਾਂ ਵੀਰ ਇਕਬਾਲ ਸਿੰਘ ਨੇ ਪਿੱਛੇ ਹੱਥ ਵੀ ਖੜਾ ਕੀਤਾ ਸੀ, ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਐਂਡ ਤੇ ਜਾ ਕੇ 10 ਮਿੰਟ ਪਹਿਲੇ ਅਸੀਂ ਸਮਾਪਤੀ ਕਰਾਂਗੇ ਔਰ ਜਿਹੜੇ ਸਵਾਲ ਜਵਾਬ ਨੇ ਉਸ ਵੇਲੇ ਕਰਾਂਗੇ। ਤੇ ਇਨ ਦੀ ਮੀਨ ਟਾਈਮ ਮੈਂ ਵੀਰ ਤੇਜਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਸਵਾਲ ਨਾਲ ਰਿਲੇਟਡ ਜਿਹੜੇ ਚੈਟ ਵਿੱਚ ਆਏ ਨੇ ਉਹ ਕਿਰਪਾ ਕਰਕੇ ਨੋਟ ਕਰ ਲਓ ਜੀ, ਤੇ ਐਂਡ ਤੇ ਆਪਾਂ ਇਹਨਾਂ ਦਾ ਉੱਤਰ ਦੇਣਾ ਹੈ। ਆਓ ਜੀ ਅਗਲੇ ਸਵਾਲ ਵੱਲ ਚੱਲੀਏ ਸਾਧ ਸੰਗਤ ਜੀ। ਅਗਲਾ ਸਵਾਲ ਜਿਹੜਾ ਹੈ ਉਹ ਮੈਂ ਵੀਰ MP ਸਿੰਘ ਨੂੰ ਬੇਨਤੀ ਕਰ ਰਿਹਾ, ਉਹ ਦੱਸਣਗੇ। ਡਾਕਟਰ ਸੁਖਦੇਵ ਸਿੰਘ ਜੀ ਮੋਹਾਲੀ ਤੋਂ ਉਹਨਾਂ ਨੇ ਸਵਾਲ ਭੇਜਿਆ ਵੀ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਇਆ ਜਾ ਸਕਦਾ? ਇਹਦਾ ਉੱਤਰ ਮੈਂ ਜਿਵੇਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਇਹ ਸਾਨੂੰ ਦੇਣ। ਤੇ ਜੋ ਡਾਕਟਰ ਸਾਹਿਬ ਨੇ ਪੁੱਛਿਆ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਇਆ ਜਾ ਸਕਦਾ ਹੈ, ਇਹਦੇ ਬਾਰੇ ਥੋੜਾ ਜਿਹਾ ਵਿਚਾਰ ਸਾਂਝੀ ਕਰੋ ਜੀ ਤੇ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੇ ਕਈ ਥਾਵਾਂ ਦੇ ਉੱਤੇ ਅਰਦਾਸ ਦੇ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਹੋਰ ਸਮਾਗਮਾਂ ਦੇ ਵਿੱਚ ਵੀ ਕਈ ਸੱਜਣਾ ਪਾਸੋਂ ਅਰਦਾਸ ਦੇ ਦੌਰਾਨ ਗੁਰਬਾਣੀ ਦੀ ਪੰਕਤੀ ਵੀ ਸੁਣੀ ਹੋਏਗੀ। ਜਦੋਂ ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਦਾ ਸਮਾਂ ਆਉਂਦਾ ਹੈ ਤਾਂ ਉਹ ਉੱਥੇ ਕਈ ਸੱਜਣ ਇਹ ਸ਼ਬਦਾਵਲੀ ਵਰਤ ਲੈਂਦੇ ਹਨ ਜੀ ਕਿ ਆਪ ਜੀ ਨੂੰ ਭੋਗ ਲੱਗੇ, ਬਜਾਏ ਜਿਵੇਂ ਕਿ ਰਹਿਤ ਮਰਿਆਦਾ 'ਚ ਲਿਖਿਆ ਵੀ ਹੋਇਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਦੀ ਪ੍ਰਵਾਨਗੀ ਦੀ ਅਰਦਾਸ ਕਰਨੀ ਹੈ ਕਿ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪਰ ਸੁਣਨ ਨੂੰ ਕਈਆਂ ਪਾਸੋਂ ਇਹ ਮਿਲਦਾ ਹੈ ਜੀ ਕਿ ਆਪ ਨੂੰ ਭੋਗ ਲੱਗੇ। ਤੇ ਉਹ ਗੱਲ ਕਰਨ ਤੋਂ ਪਹਿਲਾਂ ਉਹ ਗੁਰਬਾਣੀ ਦੀ ਇੱਕ ਪੰਕਤੀ ਵੀ ਆਮ ਤੌਰ ਤੇ ਪੜ੍ਹ ਕੇ ਸੰਗਤਾਂ ਨੂੰ ਸੁਣਾਉਂਦੇ ਹਨ ਕਿ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਤੇ ਕਈ ਥਾਂ ਤੇ ਇਹ ਵੀ ਦੇਖਿਆ ਕਿ ਸਾਰੀ ਸੰਗਤ ਵੀ ਉਹਨਾਂ ਦੇ ਨਾਲ ਰਲ ਕੇ ਇਸ ਪੰਕਤੀ ਦਾ ਪਾਠ ਕਰਦੀ ਹੈ, ਉਹਨੂੰ ਗਾ ਕੇ, ਕਿ ਉਹਦੇ 'ਚ ਉਹਨਾਂ ਨੂੰ ਸ਼ਾਇਦ ਕਾਫੀ ਰਸ ਵੀ ਮਿਲਦਾ ਹੈ ਉਹਨੂੰ ਗਾਉਣ ਵਿੱਚ, ਤੇ ਉਹਨਾਂ ਨੂੰ ਇਹ ਫੀਲਿੰਗ ਆਉਂਦੀ ਹੈ ਕਿ ਬਈ ਅਸੀਂ ਇਹ ਪੰਕਤੀ ਪੜ੍ਹੀ ਹੈ ਤੇ ਹੁਣ ਇਹ ਤੇ ਪ੍ਰਸ਼ਾਦ ਨੂੰ ਭੋਗ ਲੱਗ ਹੀ ਜਾਏਗਾ। ਤਾਂ ਕੁਝ ਚੀਜ਼ਾਂ ਸਮਝਣੀਆਂ ਜ਼ਰੂਰੀ ਨੇ ਕਿ ਭੋਗ ਦਾ ਅਰਥ ਕੀ ਹੈ। ਭੋਗ ਲਫ਼ਜ਼ ਸਾਡੇ ਜੀਵ ਧਾਰੀਆਂ ਵਾਸਤੇ ਆਮ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੀ ਚੀਜ਼ ਅਸੀਂ ਵਰਤਦੇ ਹਾਂ, ਅਸੀਂ ਜਿਸ ਚੀਜ਼ ਨੂੰ ਵਰਤਦੇ ਹਾਂ ਉਹਦਾ ਅਸੀਂ ਭੋਗ ਕਰਦੇ ਹਾਂ। ਭੋਗ ਦਾ ਅਰਥ ਹੀ ਹੈ ਕਿ ਕਿਸੇ ਚੀਜ਼ ਨੂੰ ਇਸਤੇਮਾਲ ਕਰਨਾ, ਤੇ ਜਿੰਨਾ ਚਿਰ ਉਹਦੀ ਲਾਈਫ ਸਪੈਨ ਹੈ, ਜਿੰਨਾ ਚਿਰ ਉਹਦੀ ਹੋਂਦ ਹੈ, ਉਹਨੂੰ ਵਰਤਣਾ। ਤੋ ਇਸੇ ਸੈਂਸ ਵਿੱਚ ਹੀ ਇਹ ਲਫ਼ਜ਼ ਆਮ ਤੌਰ ਤੇ ਵਰਤਿਆ ਜਾਂਦਾ ਹੈ। ਜੇ ਅਸੀਂ ਖਾਣਾ ਖਾ ਰਹੇ ਹਾਂ ਤੇ ਅਸੀਂ ਖਾਣਾ ਭੋਗ ਰਹੇ ਹਾਂ। ਜੇ ਕੋਈ ਸਾਡੀ ਜ਼ਮੀਨ ਜਾਇਦਾਦ ਹੈ, ਘਰ ਹੈ, ਕੋਈ ਗੱਡੀ ਹੈ ਸਾਡੇ ਕੋਲ, ਤਾਂ ਅਸੀਂ ਉਸ ਗੱਡੀ ਦੇ ਉੱਤੇ ਸਫ਼ਰ ਕਰ ਰਹੇ ਹਾਂ, ਤਾਂ ਉਹ ਗੱਡੀ ਨੂੰ ਵੀ ਅਸੀਂ ਉਹਦਾ ਭੋਗ ਇਸਤੇਮਾਲ ਕਰ ਰਹੇ ਹੈਗੇ ਆ ਕਿ ਕਿਵੇਂ ਉਹਦਾ ਅਸੀਂ ਯੂਜ਼ ਕਰ ਰਹੇ ਹਾਂ। ਤੋ ਹੁਣ ਸੋਚਣ ਦੀ ਗੱਲ ਇਹ ਹੈ ਕਿ ਵੀ ਖਾਣ ਦੀਆਂ ਚੀਜ਼ਾਂ ਦੇ ਨਾਲ ਜਿਸ ਸੈਂਸ ਵਿੱਚ ਇੱਥੇ ਭੋਗ ਲਫ਼ਜ਼ ਵਰਤਿਆ ਜਾ ਰਿਹਾ ਹੈ ਉਹ ਜੇ ਧਾਰੀਆਂ ਦੇ ਵਾਸਤੇ ਹੀ ਸੂਟੇਬਲ ਹੈ।
ਜਿਸ ਇਨਸਾਨ ਜਿਸ ਹਸਤੀ ਕੋਲ ਸਰੀਰ ਨਹੀਂ ਹੈ ਉਹ ਉਹਦਾ ਭੋਗ ਕਰੇਗਾ ਕਿਵੇਂ। ਤੇ ਜੋ ਅਰਦਾਸ ਦੇ ਦੌਰਾਨ ਗੱਲ ਕੀਤੀ ਜਾ ਰਹੀ ਹੈ ਉਹ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਤੇ ਗੱਲ ਕੀਤੀ ਜਾਂਦੀ ਹੈ ਜੀ ਕਿ ਆਪ ਨੂੰ ਭੋਗ ਲੱਗੇ। ਤਾਂ ਇਹਦਾ ਤਾਂ ਅਰਥ ਇਹ ਹੋਇਆ ਕਿ ਭਈ ਅਕਾਲ ਪੁਰਖ ਨੂੰ ਵੀ ਕੁਝ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ। ਜਿਵੇਂ ਅਸੀਂ ਸਰੀਰਧਾਰੀ ਜਿਹੜੇ ਹਾਂ, ਅਗਰ ਜੇ ਅਸੀਂ ਸਮੇਂ-ਸਮੇਂ ਦੇ ਅਨੁਸਾਰ ਕੋਈ ਖੁਰਾਕ ਨਹੀਂ ਖਾਂਦੇ, ਭੋਜਨ ਨਹੀਂ ਕਰਦੇ ਤਾਂ ਸਾਡੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ, ਸਾਡਾ ਜੀਵਨ ਨਿਰਬਾਹ ਹੋਣਾ ਮੁਸ਼ਕਲ ਹੋ ਜਾਏਗਾ। ਕੁਝ ਇੱਕ ਦਿਨਾਂ ਤੋਂ ਬਾਅਦ ਹੋ ਸਕਦਾ ਹੈ ਪੁਰਾਣੀ ਚੀਜ਼ ਮੌਤ ਵੀ ਹੋ ਜਾਵੇ ਜੇ ਲੰਮਾ ਸਮਾਂ ਉਹਨੂੰ ਖਾਣ ਨੂੰ ਜਾਂ ਪਾਣੀ ਪੀਣ ਨੂੰ ਨਾ ਮਿਲੇ। ਕਿ ਐਸੀ ਕਮਜ਼ੋਰੀ, ਐਸੀ ਜ਼ਰੂਰਤ ਅਕਾਲ ਪੁਰਖ ਨੂੰ ਵੀ ਹੈ। ਮੇਰਾ ਖਿਆਲ ਹੈ ਕਿ ਇਹਦਾ ਤੇ ਆਬਵੀਅਸ ਆਨਸਰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਅਕਾਲ ਪੁਰਖ ਨੂੰ ਕੋਈ ਐਸੀ ਜ਼ਰੂਰਤ ਨਹੀਂ ਹੈ ਕਿ ਉਹਨੂੰ ਖਾਣਾ ਪੀਣਾ ਨਹੀਂ ਮਿਲੇਗਾ ਤੇ ਉਹਦੀ ਮੌਤ ਦਾ ਕੋਈ ਖਤਰਾ ਹੈ। ਅਕਾਲ ਪੁਰਖ ਦਾ ਭਾਵ ਇਹ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ 'ਚ ਵੀ ਗੱਲ ਸਮਝਾਈ ਹੈ ਕਿ ਉਹ ਜਨਮ ਮਰਨ ਤੋਂ ਰਹਿਤ ਹੈ, ਜੂਨੀਆਂ ਤੋਂ ਰਹਿਤ ਹੈ ਔਰ ਸਮੇਂ ਦੇ ਪ੍ਰਭਾਵ ਤੋਂ ਵੀ ਰਹਿਤ ਹੈ। ਤੇ ਜਿਹੜਾ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਉਹਦੀ ਮੌਤ ਤਾਂ ਹੋ ਹੀ ਨਹੀਂ ਸਕਦੀ। ਤਾਂ ਹੁਣੇ ਵੀ ਸਤਿ ਸ੍ਰੀ ਅਕਾਲ ਦੀ ਜਦੋਂ ਵਿਆਖਿਆ ਹੋ ਰਹੀ ਸੀ ਉਦੋਂ ਵੀ ਇਹ ਗੱਲ ਆਈ ਸੀ ਕਿ ਉਹ ਪ੍ਰਮਾਤਮਾ ਕਾਲ ਤੋਂ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਤਾਂ ਜਿਸ ਹਸਤੀ ਨੂੰ ਕਿਸੇ ਖਾਣ ਦੀ ਚੀਜ਼ ਦੀ ਕੋਈ ਡਿਪੈਂਡੈਂਸ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ, ਉਸਨੂੰ ਅਸੀਂ ਭੋਗ ਲਵਾਵਾਂਗੇ ਕਿ ਜਿਹੜਾ ਸਰੀਰਧਾਰੀ ਵੀ ਨਹੀਂ ਹੈ। ਇਨਫੈਕਟ ਗੁਰਬਾਣੀ 'ਚ ਇੱਕ ਪ੍ਰਮਾਣ ਇਹ ਵੀ ਆਉਂਦਾ ਹੈ ਕਿ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਕਿ ਉਹ ਜ਼ਬਾਨ ਹੀ ਸੜ ਜਾਵੇ ਜਿਹੜੀ ਇਹ ਆਖਦੀ ਹੈ ਕਿ ਪਰਮਾਤਮਾ ਜੂਨੀਆਂ ਵਿੱਚ ਆਉਂਦਾ ਹੈ। ਤੇ ਜਿਹੜਾ ਜੂਨੀ ਵਿੱਚ ਨਹੀਂ ਆਇਆ ਉਹਨੂੰ ਖਾਣ ਪੀਣ ਦੀ ਵਸਤੂਆਂ ਦੀ ਜ਼ਰੂਰਤ ਵੀ ਨਹੀਂ ਹੈ। ਤਾਂ ਗੁਰਮਤਿ ਦੇ ਇਸ ਸਿਧਾਂਤ ਨੂੰ ਅਗਰ ਜੇ ਧਿਆਨ ਵਿੱਚ ਰੱਖੀਏ ਤਾਂ ਇਹ ਭੋਗ ਲਗਵਾਉਣ ਦਾ ਜਿਹੜਾ ਆਈਡੀਆ ਹੈ ਮੂਲੋਂ ਹੀ ਗੁਰਮਤਿ ਦੇ ਵਿਰੁੱਧ ਹੈ। ਤੇ ਹੁਣ ਗੱਲ ਕਰੀਏ ਉਹਨਾਂ ਪੰਕਤੀਆਂ ਦੀ ਜਿਹਦੇ ਵਿੱਚ ਲਫ਼ਜ਼ ਸੁਣ ਕੇ ਤੇ ਲੋਕਾਂ ਨੂੰ ਲੱਗਦਾ ਨਹੀਂ ਗੁਰਬਾਣੀ 'ਚ ਲਿਖਿਆ ਜੀ ਲਾਵੋ ਭੋਗ ਕਰ ਰਹਾ ਹੈ, ਤੁਸੀਂ ਕਿਵੇਂ ਕਹਿ ਰਹੇ ਹੋ ਕਿ ਹਰੀ ਨੂੰ ਭੋਗ ਨਹੀਂ ਲੱਗਦਾ। ਤਾਂ ਹੁਣ ਸਮਝਣਾ ਇਹ ਹੁੰਦਾ ਹੈ ਕਿ ਗੁਰਬਾਣੀ ਦੇ ਅੰਦਰ ਅਨੇਕਾਂ ਸ਼ਬਦਾਵਲੀਆਂ ਐਸੀਆਂ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਪ੍ਰਚਲਿਤ ਅਰਥ ਕੁਝ ਹੁੰਦੇ ਹਨ, ਪਰ ਗੁਰੂ ਸਾਹਿਬ ਉਹਨਾਂ ਨੂੰ ਉਸ ਕੰਟੈਕਸਟ ਦੇ ਵਿੱਚ ਦੂਜੇ ਭਾਵ ਅਰਥਾਂ 'ਚ ਇਸਤੇਮਾਲ ਕਰਦੇ ਹਨ। ਤਾਂ ਇਹ ਜਿਹੜੇ ਸ਼ਬਦ ਜਿਹੜਾ ਸਕਰੀਨ ਤੇ ਸਾਡੇ ਸਾਹਮਣੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1266 ਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਰਾਗ ਮਲਾਰ ਦੇ ਅੰਦਰ ਉਚਾਰਿਆ ਹੋਇਆ ਗੁਰੂ ਸਾਹਿਬ ਦਾ, ਉਸ ਸ਼ਬਦ ਦੀ ਜਿਵੇਂ ਕਿ ਅਰਥ ਕਰਨ ਵੇਲੇ ਅਸੀਂ ਹਮੇਸ਼ਾ ਇਹ ਗੱਲ ਦ੍ਰਿੜ ਕਰਵਾਉਂਦੇ ਹਾਂ ਕਿ ਅਰਥ ਸਮਝਣ ਲੱਗਾ ਪਹਿਲਾਂ ਰਾਹੋਂ ਦੇ ਬੰਦ ਦੇ ਅਰਥ ਸਮਝ ਲੈਣੇ ਚਾਹੀਦੇ ਹਨ ਤੇ ਫਿਰ ਕਿਸੇ ਹੋਰ ਪੰਕਤੀ ਤੇ ਗੱਲ ਕਰਨੀ ਚਾਹੀਦੀ ਹੈ। ਤਾਂ ਇਸ ਸ਼ਬਦ ਦਾ ਜੋ ਰਾਹੋਂ ਦਾ ਪਦਾ ਹੈ, ਬਰਸੇ ਮੇਘ ਸਖੀ ਘਰ ਪਾਹੁਨ ਆਏ, ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ। ਤਾਂ ਗੁਰੂ ਅਰਜਨ ਪਾਤਸ਼ਾਹ ਇਹਦੇ ਅੰਦਰ ਜੀਵ ਆਤਮਾ ਦੀ ਪ੍ਰਭੂ ਦੇ ਨਾਲ ਮਿਲਾਪ ਦੀ ਅਵਸਥਾ ਜਿਹੜੀ ਹੈ ਉਹਦਾ ਜ਼ਿਕਰ ਕਰ ਰਹੇ ਹਨ ਕਿ ਹੇ ਸਖੀ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਪਤੀ ਜੀ ਪ੍ਰਾਹੁਣਾ ਬਣ ਕੇ ਆਏ ਹਨ, ਵਿਜ਼ਿਟਰ ਬਣ ਕੇ ਆਏ ਹਨ, ਉਹਨਾਂ ਨੇ ਮੇਰੇ ਘਰ 'ਚ ਚਰਨ ਪਾਏ ਹਨ। ਤੇ ਇਵੇਂ ਜਾਪਦਾ ਹੈ ਕਿ ਉਹਨਾਂ ਦੇ ਆਉਣ ਦੇ ਨਾਲ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਬਖਸ਼ਿਸ਼ਾਂ ਦਾ ਬੱਦਲ ਲਗਾਤਾਰ ਵਰਸ ਰਿਹਾ ਹੈ। ਜਿਵੇਂ ਬੱਦਲ ਵਰਸਦਾ ਹੈ ਮੂਸਲਾਧਾਰ ਤੇ ਉਹ ਝੜੀ ਲੱਗ ਜਾਂਦੀ ਹੈ ਤੇ ਬੜੀ ਸੁਹਾਵਣੀ ਹੁੰਦੀ ਹੈ, ਇਵੇਂ ਹੀ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਮੇਰੇ ਪ੍ਰਭੂ ਜੀ ਆਏ ਹਨ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਅੰਦਰ ਉਹਨਾਂ ਦੀ ਮਿਹਰ ਦਾ, ਬਖਸ਼ਿਸ਼ ਦਾ ਬੱਦਲ ਵਸ ਰਿਹਾ ਹੈ। ਤਾਂ ਇਹ ਪ੍ਰਭੂ ਦੀ ਯਾਦ ਹਿਰਦੇ ਵਿੱਚ ਟਿਕਣ ਦਾ ਜੋ ਮਾਹੌਲ ਬਣਦਾ ਹੈ, ਜੋ ਅਹਿਸਾਸ ਹੁੰਦਾ ਹੈ, ਉਸ ਅਵਸਥਾ ਦਾ ਬਿਆਨ ਹੋ ਰਿਹਾ ਹੈ। ਤਾਂ ਜਦੋਂ ਵੀ ਕੋਈ ਭਗਤ ਪ੍ਰਭੂ ਦੀ ਆਰਾਧਨਾ ਕਰਦਾ ਹੈ, ਪ੍ਰਭੂ ਦੇ ਯਾਦ ਵਿੱਚ ਜੁੜਦਾ ਹੈ, ਤਾਂ ਉਦੋਂ ਜੋ ਆਨੰਦਮਈ ਅਵਸਥਾ ਬਣਦੀ, ਵਿਸਮਾਦ ਦੀ ਅਵਸਥਾ ਬਣਦੀ ਹੈ, ਉਹਨੂੰ ਵੱਖ-ਵੱਖ ਸ਼ਬਦਾਵਲੀ ਵਰਤ ਕੇ ਗੁਰੂ ਸਾਹਿਬਾਨ ਨੇ ਬਾਣੀ 'ਚ ਅਨੇਕਾਂ ਥਾਵਾਂ ਤੇ ਅਨੇਕਾਂ ਤਰੀਕਿਆਂ ਨਾਲ ਬਿਆਨ ਕੀਤਾ ਹੈ। ਤਾਂ ਇੱਥੇ ਮੇਘ ਦੇ ਵਰਸਣ ਦੇ ਕਿਰਪਾ ਦਾ ਜੋ ਅਲੰਕਾਰ ਹੈ ਉਹ ਵਰਤਿਆ ਗਿਆ ਹੈ। ਤੇ ਜਿਵੇਂ ਕਿਸੇ ਦੇ ਘਰ ਕੋਈ ਬੜਾ ਹੀ ਪਿਆਰਾ ਮਹਿਮਾਨ ਆ ਜਾਵੇ ਤਾਂ ਜੋ ਉਹਦੀ ਆਨੰਦ ਦੀ ਵਿਸਮਾਦ ਦੀ ਅਵਸਥਾ ਹੁੰਦੀ, ਜੋ ਖੁਸ਼ੀ ਮਿਲਦੀ ਹੈ, ਉਸ ਤਰੀਕੇ ਦੀ ਮਾਹੌਲ ਦੀ ਸਿਰਜਣਾ ਗੁਰੂ ਸਾਹਿਬ ਨੇ ਕੀਤੀ ਹੈ।
ਬਰਸੈ ਮੇਘ ਸਖੀ ਘਰ ਪਾਹੁਣ ਆਏ। ਤੇ ਹੁਣ ਜਦੋਂ ਉਹ ਘਰ ਆ ਹੀ ਗਏ ਤੇ ਅੱਗੋਂ ਫਿਰ ਜੀਵ ਆਤਮਾ ਕੀ ਉਹਨਾਂ ਅੱਗੇ ਬੇਨਤੀ ਕਰਦੀ ਹੈ ਕਿ ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ। ਹੈ ਕਿਰਪਾ ਦੇ ਖਜ਼ਾਨੇ ਪ੍ਰਭੂ, ਹੈ ਮਾਲਕ ਪ੍ਰਭੂ, ਮੇਰੇ ਜੇ ਕੰਗਾਲ ਨੂੰ ਆਪਣੇ ਨਾਮ ਦੇ ਵਿੱਚ ਲੀਨ ਕਰੀ ਰੱਖੋ, ਤਾਂ ਕਿ ਇਹ ਜਿਹੜੀ ਸਮਾਧ ਦੀ ਇਹ ਆਨੰਦ ਦੀ ਅਵਸਥਾ ਹੈ ਨਾ, ਮੇਰੀ ਹਮੇਸ਼ਾ ਹੀ ਬਣੀ ਰਹੇ। ਹੁਣ ਤਾਂ ਤੁਸੀਂ ਬਖਸ਼ਿਸ਼ ਕੀਤੀ ਹੈ, ਟੁੱਟੇ ਹੋ, ਮੇਰੇ ਹਿਰਦੇ ਰੂਪੀ ਘਰ 'ਚ ਤੁਸੀਂ ਆਏ ਹੋ, ਪਰ ਮੇਰੀ ਬੇਨਤੀ ਹੈ ਕਿ ਮੈਂ ਤੇ ਬਹੁਤ ਹੀ ਮਾਮੂਲੀ, ਬਹੁਤ ਹੀ ਕੰਗਾਲ ਹਾਂ ਇਸ ਨਾਮ ਧਨ ਤੋਂ, ਤੇ ਮੇਰੇ ਤੇ ਬਖਸ਼ਿਸ਼ ਕਰੋ ਕਿ ਇਹ ਜਿਹੜੀ ਸਮਾਧ ਦੀ ਇਹ ਜੋ ਆਨੰਦ ਦੀ ਅਵਸਥਾ ਹੈ, ਇਹ ਮੇਰੀ ਹਮੇਸ਼ਾ ਹੀ ਬਣੀ ਰਹੇ। ਇਹ ਰਾਹ ਦਾ ਬੰਦ ਹੈ। ਤਾਂ ਗੱਲ ਚੱਲ ਰਹੀ ਹੈ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਦੀ। ਤਾਂ ਉਸੇ ਅਵਸਥਾ ਦੇ ਬਾਰੇ ਵਿੱਚ ਹੀ ਅੱਗੋਂ ਗੱਲ ਕਰਦਿਆਂ ਹੋਇਆਂ ਹੁਣ ਵੱਖ-ਵੱਖ ਢੰਗਾਂ ਦੇ ਨਾਲ ਗੁਰੂ ਸਾਹਿਬ ਉਸ ਮਿਲਾਪ ਦੀ ਅਵਸਥਾ ਦੇ ਬਾਰੇ ਜੋ ਬਿਆਨ ਕਰਦੇ ਹਨ। ਜਿਵੇਂ ਪਹਿਲੇ ਬੰਦ ਵਿੱਚ ਕਹਿੰਦੇ ਹਨ ਵੀ ਕਿਆ ਤੂੰ ਸੋਚੈ, ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ, ਤਾਂ ਕੋ ਕਹੋ ਪ੍ਰਵਾਹ ਕਾਹੂ ਕੀ ਜੇ ਗੋਪਾਲ ਸਹਾਏ। ਕਿ ਜਿਹਦਾ ਸਹਾਈ ਗੋਪਾਲ ਹੋ ਜਾਵੇ, ਉਹ ਪਰਮਾਤਮਾ ਜੋ ਸ੍ਰਿਸ਼ਟੀ ਦਾ ਪਾਲਣਹਾਰ ਹੈ, ਜਿਹਦਾ ਸਹਾਈ ਉਹ ਆਪ ਬਣ ਜਾਵੇ, ਜਿਹਦੇ ਤੇ ਉਹ ਆਪ ਮਿਹਰ ਦੀ ਨਜ਼ਰ ਕਰ ਦੇਵੇ, ਉਹਨੂੰ ਕਿਹਦੀ ਪਰਵਾਹ ਹੈ। ਉਹ ਦੁਨਿਆਵੀ ਕਿਸੇ ਵੱਡੀ ਤੋਂ ਵੱਡੀ ਸ਼ਕਤੀ, ਕਿਸੇ ਵੱਡੇ ਤੋਂ ਵੱਡੇ ਜ਼ੋਰਾਵਰ ਦੀ ਪਰਵਾਹ ਨਹੀਂ ਕਰਦਾ, ਨਾ ਉਹਨੂੰ ਕੋਈ ਫਿਕਰ, ਚਿੰਤਾ, ਸੋਚ, ਕੋਈ ਚਿਤਵਨੀ, ਕੋਈ ਉਹਨੂੰ ਪਰਵਾਹ ਹੀ ਨਹੀਂ ਹੈ ਕਿ ਮੇਰੇ ਤੇ ਕੋਈ ਵਿਪਤਾ ਆ ਵੀ ਸਕਦੀ ਹੈ, ਕੋਈ ਮੇਰਾ ਨੁਕਸਾਨ ਵੀ ਕਰ ਸਕਦਾ ਹੈ। ਤਾਂ ਕਹਿੰਦੇ ਹਨ ਕਿ ਕੋਈ ਇਹੋ ਜਿਹੇ ਕਿਸੇ ਕਿਸਮ ਦੀ ਚਿੰਤਾ ਫਿਕਰ ਦੀ ਲੋੜ ਹੀ ਨਹੀਂ ਹੈ, ਸੋਚਾਂ 'ਚ ਪੈਣ ਦੀ ਲੋੜ ਨਹੀਂ ਹੈ, ਕੋਈ ਉਪਾਅ ਲੱਭਣ ਦੀ ਲੋੜ ਨਹੀਂ ਹੈ। ਜੋ ਕੁਝ ਪ੍ਰਭੂ ਜਿਹਦੀ ਸਹਾਇਤਾ ਦੇ ਉੱਤੇ ਆਪ ਹੋਵੇ, ਜਿਹਦੇ ਸਿਰ ਤੇ ਉਹਦੀ ਮਿਹਰ ਦਾ ਹੱਥ ਹੋਵੇ, ਉਹਨੂੰ ਕਿਸੇ ਕਿਸਮ ਦੀ ਫਿਕਰ ਚਿੰਤਾ ਨਹੀਂ ਹੋ ਸਕਦੀ ਹੈ। ਤਾਂ ਐਸਾ ਪ੍ਰਭੂ ਜੋ ਜਿਹਦੇ ਹਿਰਦੇ ਰੂਪੀ ਘਰ ਵਿੱਚ ਬਖਸ਼ਿਸ਼ ਕਰਕੇ ਆ ਜਾਂਦਾ ਹੈ, ਤਾਂ ਉਹ ਉਸਦੇ ਅੰਦਰ ਬਿਲਕੁਲ ਅਚਿੰਤ ਅਵਸਥਾ ਔਰ ਆਨੰਦ ਦੀ ਅਵਸਥਾ ਜਿਹੜੀ ਹੈ ਬਣਾ ਦਿੰਦਾ ਹੈ। ਤਾਂ ਐਸੇ ਹੁਣ ਮਿਲਾਪ ਦੀ ਅਵਸਥਾ ਜਦੋਂ ਘਰ ਪਾਹੁਣ ਆਏ ਦਾ ਗੱਲ ਰਾਹੋਂ ਦੇ ਬੰਦ ਵਿੱਚ ਕੀਤੀ ਗਈ ਹੈ, ਤੇ ਜਦੋਂ ਘਰ ਪ੍ਰਾਹੁਣੇ ਆਉਂਦੇ ਨੂੰ ਉਸੇ ਅਲੰਕਾਰ ਨੂੰ ਅੱਗੇ ਵਧਾਉਂਦੇ ਹੋਇਆ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਘਰ ਚੰਗਾ ਸਾਡਾ ਕੋਈ ਪ੍ਰਾਹੁਣਾ ਆਵੇ ਤਾਂ ਅਸੀਂ ਉਹਦੀ ਆਓ ਭਗਤ ਕਰਦੇ ਹਾਂ, ਖਾਤਰ ਕਰਦੇ ਹਾਂ, ਉਹਨੂੰ ਚੰਗੇ ਤੋਂ ਚੰਗੇ ਸਵਾਦਲੇ ਭੋਜਨ ਉਹਦੇ ਅੱਗੇ ਰੱਖਦੇ ਹਾਂ। ਤਾਂ ਉਸੇ ਅਲੰਕਾਰ ਦੀ ਵਰਤੋਂ ਕਰਦਿਆਂ ਹੋਇਆਂ ਹੁਣ ਗੁਰੂ ਸਾਹਿਬ ਸਾਨੂੰ ਸਾਡੀ ਇਮੇਜਿਨੇਸ਼ਨ ਨੂੰ ਜਿਹੜਾ ਹੈ ਇਸ ਤਰੀਕੇ ਨਾਲ ਕਰਦੇ ਹਨ ਕਿ ਬਈ ਇਸ ਚੀਜ਼ ਨੂੰ ਇਮੇਜਿਨ ਕਰੋ ਕਿ ਉਹ ਪ੍ਰਭੂ ਸਖੀ ਜਿਹੜਾ ਪ੍ਰਭੂ ਸਾਡੇ ਘਰ ਪ੍ਰਾਹੁਣਾ ਬਣ ਕੇ ਆਇਆ ਹੈ, ਤੇ ਸਾਡੇ ਜੋ ਕੁਝ ਵੀ ਵਸ 'ਚ ਹੈ ਅਸੀਂ ਉਹਦੇ ਅੱਗੇ ਆਪੋ ਆਪ ਨੂੰ ਸਮਰਪਣ ਕਰਨਾ ਹੈ। ਪਰ ਹੁਣ ਜਿਵੇਂ ਮੇਘ ਵਸ ਰਿਹਾ ਹੈ, ਉਹ ਕੋਈ ਸਾਡੇ ਉੱਤੇ ਪਾਣੀ ਦੀ ਬਾਰਿਸ਼ ਨਹੀਂ ਪੈ ਰਹੀ, ਇੱਕ ਅਲੰਕਾਰ ਦੀ ਵਰਤੋਂ ਹੈ। ਤਾਂ ਸਿਰਫ ਇੱਕ ਅਹਿਸਾਸ ਦਿਵਾਉਣ ਵਾਸਤੇ ਕਿ ਜਿਵੇਂ ਬਾਰਿਸ਼ ਦੀ ਵਰਸ਼ਾ ਹੁੰਦੀ ਹੈ ਤੇ ਸੁਹਾਵਣਾ ਮੌਸਮ ਹੁੰਦਾ ਹੈ, ਉਹੋ ਜਿਹਾ ਆਨੰਦ ਦਾ ਸਮਾਂ ਬਣਿਆ ਹੈ। ਇਸੇ ਤਰੀਕੇ ਹੀ ਜਿਹੜੇ ਅਗਲੇ ਬਦੇ ਦੇ ਵਿੱਚ ਗੱਲ ਕੀਤੀ ਹੈ ਕਿ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਪਿੰਜਨ ਮਿਸ਼ਟਾਏ। ਕਿ ਜਿਵੇਂ ਕੋਈ ਮਨ ਭਾਉਂਦਾ ਪਿਆਰਾ ਘਰ ਮਹਿਮਾਨ ਆਉਂਦਾ ਹੈ ਤਾਂ ਅਸੀਂ ਉਦਮ ਕਰਦੇ ਹਾਂ, ਕਈ ਪ੍ਰਕਾਰ ਦੇ ਭੋਜਨ ਤਿਆਰ ਕਰਦੇ ਹਾਂ, ਵੱਖ-ਵੱਖ ਤਰੀਕੇ ਦੇ ਖਾਣੇ ਪਕਾਉਂਦੇ ਹਾਂ। ਬਹੁ ਵਿਅੰਜਨ ਹੁੰਦੇ ਨੇ, ਵਿਅੰਜਨ ਭਾਂਤ ਦੇ ਖਾਣੇ। ਬਿਸ਼ਟਾਏ ਤੋਂ ਭਾਵ ਹੈ ਮਿੱਠੀਆਂ ਵਸਤੂਆਂ, ਤੇ ਮਿੱਠੀਆਂ ਵਸਤੂਆਂ ਵੀ ਤੇ ਕੁਝ ਖੱਟੀਆਂ ਫਿੱਕੀਆਂ ਨਮਕੀਨ ਹਰ ਤਰ੍ਹਾਂ ਦੇ ਭੋਜਨ ਅਸੀਂ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕਰਦੇ ਹਾਂ। ਤੇ ਆਪਣੀ ਰਸੋਈ ਨੂੰ ਵੀ ਪੂਰਾ ਸਜਾ ਕੇ ਪਵਿੱਤਰ ਕਰਕੇ ਤੇ ਜਿੱਥੇ ਉਹਨਾਂ ਨੂੰ ਖਾਣਾ ਖਵਾਉਣਾ ਹੈ ਉਸ ਜਗ੍ਹਾ ਨੂੰ ਵੀ ਅਸੀਂ ਬੜਾ ਚੰਗੀ ਤਰ੍ਹਾਂ ਨਾਲ ਸੋਹਣਾ ਸਜਾ ਕੇ ਤੇ ਉਹਨਾਂ ਨੂੰ ਕਹਿੰਦੇ ਆ ਵੀ ਆਓ ਜੀ ਪ੍ਰਾਹੁਣੇ ਜੀ, ਤੁਸੀਂ ਆਇਓ ਤੇ ਉਹਨੇ ਭੋਜਨ ਛਕੋ, ਇਹ ਲਾਵੋ ਭੋਗ ਹਰ ਰਾਏ। ਤੋਂ ਹਰੀ ਰਾਏ ਕਿਉਂਕਿ ਪ੍ਰਾਹੁਣਾ ਹੈ, ਤਾਂ ਹਰੀ ਰਾਏ ਨੂੰ ਇਮੇਜਿਨ ਕਰਦਿਆਂ ਹੋਇਆਂ ਅਸੀਂ ਆਪਣੇ ਮਨ 'ਚ ਇਹ ਅਹਿਸਾਸ ਕਰਦੇ ਹਾਂ ਕਿ ਤੁਸੀਂ ਜੋ ਮੈਂ ਭੋਜਨ ਤਿਆਰ ਕੀਤੇ ਨੇ ਉਹਨਾਂ ਨੂੰ ਤੁਸੀਂ ਛਕੋ। ਹੁਣ ਭੋਜਨ ਵੀ ਕੋਈ ਫਿਜ਼ੀਕਲ ਤਿਆਰ ਨਹੀਂ ਹੋ ਰਹੇ, ਬਾਰਿਸ਼ ਵੀ ਫਿਜ਼ੀਕਲ ਨਹੀਂ ਹੋ ਰਹੀ, ਤੇ ਭੋਗ ਵੀ ਲਾਉਣ ਵਾਲਾ ਕੋਈ ਫਿਜ਼ੀਕਲ ਐਂਟੀਟੀ ਨਹੀਂ ਹੈਗੀ। ਇਹ ਸਾਰਾ ਸਿਰਫ ਇੱਕ ਅਵਸਥਾ ਦਾ ਅਹਿਸਾਸ ਹੋ ਰਿਹਾ ਹੈ, ਇੱਕ ਸਾਡੇ ਮਨ ਦੇ ਅੰਦਰ ਇੱਕ ਇਮੇਜ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਉਹ ਐਸੀ ਆਨੰਦ ਦੀ ਅਵਸਥਾ ਹੈ ਜਿਹੜੀ ਸਾਡੇ ਮਿਲਾਪ ਦੇ ਵਿੱਚ ਸਾਡੇ ਮਨ ਦੇ ਅੰਦਰ ਪੈਦਾ ਹੁੰਦੀ ਹੈ, ਜਿਹਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ। ਤਾਂ ਅਗਰ ਜੇ ਫਿਜ਼ੀਕਲ ਖਾਣੇ ਦੀ ਗੱਲ ਵੀ ਹੋਵੇ ਔਰ ਜੇ ਇਹਦਾ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਣ ਦੇ ਨਾਲ ਸੰਬੰਧ ਹੋਵੇ, ਤਾਂ ਸੋਚਣ ਦੀ ਗੱਲ ਹੈ ਕਿ ਫਿਰ ਉੱਥੇ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਦੀ ਗੱਲ ਹੋਣੀ ਚਾਹੀਦੀ ਸੀਗੀ ਜਾਂ ਸਿਰਫ ਮਿਸ਼ਠਾਨ ਦੀ ਗੱਲ ਹੋਣੀ ਚਾਹੀਦੀ ਸੀ। ਪਰ ਗੁਰੂ ਸਾਹਿਬ ਤਾਂ ਗੱਲ ਕਰ ਰਹੇ ਨੇ ਅਨੇਕ ਪ੍ਰਕਾਰ ਭੋਜਨ ਬਹੁ ਕੀਏ,
ਅਨੇਕ ਪ੍ਰਕਾਰ ਦੇ ਵਿੱਚ ਤਾਂ ਹਰ ਭਾਂਤ ਦੇ ਆਉਂਦੇ ਨੇ, ਬਹੁਤ ਵਿਅੰਜਨ ਮਿਸ਼ਟਾਏ, ਬੜੇ ਸਵਾਦਲੇ ਵੱਖਰੇ ਵੱਖਰੇ ਭੋਜਨ। ਤੋਂ ਉਹ ਗੱਲ ਕੜਾਹ ਪ੍ਰਸ਼ਾਦ ਨਾਲ ਜੁੜਦੀ ਨਹੀਂ ਹੈ, ਨੰਬਰ 1। ਦੂਜੀ ਗੱਲ, ਜੇ ਉਸ ਕੜਾਹ ਪ੍ਰਸ਼ਾਦ ਦੀ ਦੇਗ ਦੀ ਤਿਆਰੀ ਦੀ ਗੱਲ ਹੁੰਦੀ ਔਰ ਉਹਦੇ ਮਿੱਠੇ ਦੀ ਬਣਾਉਣ ਦੀ ਗੱਲ ਹੁੰਦੀ, ਤਾਂ ਇਹ ਜਿਹੜੀ ਪਾਕਸਾਲ ਦੀ ਪਵਿੱਤਰਤਾ ਹੈ ਔਰ ਸੁੱਚਮ ਹੈ, ਉਹ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਤੋਂ ਪਹਿਲਾਂ ਗੱਲ ਹੋਣੀ ਚਾਹੀਦੀ ਸੀ। ਬਣਾਉਣ ਤੋਂ ਬਾਅਦ ਥੋੜਾ ਰਸੋਈ ਪਵਿੱਤਰ ਕੀਤੀ ਜਾਂਦੀ ਹੈ। ਪਾਕਸਾਲ ਕਹਿੰਦੇ ਨੇ ਰਸੋਈ ਨੂੰ, ਤੇ ਸੋਚ ਮਤਲਬ ਸੁੱਚ ਕਰਨੀ ਔਰ ਪਵਿੱਤਰਤਾ ਲਿਆਣੀ। ਤਾਂ ਹੁਣ ਜਿਹੜੀ ਰਸੋਈ ਨੂੰ ਪਵਿੱਤਰ ਕਰਨ ਦੀ ਗੱਲ ਹੈ, ਉਹ ਖਾਣੇ ਤਿਆਰ ਕਰਨ ਤੋਂ ਮਗਰੋਂ ਹੋ ਰਹੀ ਹੈ। ਇਹ ਅਸਲ ਵਿੱਚ ਜਿਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ, ਉੱਥੇ ਇਹ ਉਹਨੂੰ ਜਿੱਥੇ ਰਸੋਈ 'ਚ ਬੈਠ ਕੇ ਪ੍ਰਾਹੁਣੇ ਨੂੰ ਭੋਜਨ ਛਕਾਇਆ ਜਾਂਦਾ ਹੈ ਨਾ, ਉੱਥੇ ਜਿਹੜੀ ਉਹਦੇ ਬੈਠਣ ਦੀ ਥਾਂ ਸਾਫ਼ ਕੀਤੀ ਜਾਂਦੀ ਹੈ, ਉਹਦਾ ਵਰਣਨ ਹੋ ਰਿਹਾ ਹੈ। ਤਾਂ ਅਸੀਂ ਕੋਈ ਗੁਰਦੁਆਰੇ ਦੀ ਜਗ੍ਹਾ ਨੂੰ ਜਿੱਥੇ ਦੇਗ ਰੱਖੀ ਹੈ, ਉਹਦੀ ਸਫਾਈ ਤੇ ਨਹੀਂ ਕਰਨੀ ਸ਼ੁਰੂ ਕਰ ਦਿੰਦੇ। ਤਾਂ ਇਹਦਾ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਉਹਦੇ ਭੋਗ ਲਵਾਉਣ ਨਾਲ ਕਿਤੇ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਸ਼ਬਦਾਵਲੀ ਦੇ ਔਰ ਕੰਟੈਕਸਟ ਨੂੰ ਦੇਖਣਾ ਚਾਹੀਦਾ ਹੈ, ਰਾਹ ਦੇ ਨਾਲ ਮਿਲਾ ਕੇ ਉਹਦਾ ਭਾਵ ਅਗਰ ਦੇਖੀਏ ਤਾਂ ਇਹ ਸਿਰਫ ਮਿਲਾਪ ਦੀ ਅਵਸਥਾ ਦਾ ਇੱਕ ਅਲੰਕਾਰਕ ਜਿਹੜਾ ਇਸਤੇਮਾਲ ਕੀਤਾ ਗਿਆ ਹੈ। ਇਸੇ ਸੈਂਸ ਦੇ ਵਿੱਚ ਬਾਕੀ ਦੇ ਸ਼ਬਦ ਵਿੱਚ ਵੀ ਗੱਲ ਆਉਂਦੀ ਹੈ ਕਿ ਦੁਸ਼ਟ ਬਿਦਾਰੇ ਸਾਜਨ ਰਹਿਸੇ ਇਹ ਮੰਦਰ ਘਰ ਅਪਨਾਏ, ਜੋ ਗ੍ਰਹਿ ਲਾਲ ਰੰਗੀਓ ਆਇਆ ਤੋ ਮੈਂ ਸਭ ਸੁਖ ਪਾਏ। ਇੱਥੇ ਵੀ ਉਹ ਮੇਰਾ ਪਿਆਰਾ ਲਾਲ ਮੇਰੇ ਹਿਰਦੇ ਵਿੱਚ ਆਇਆ ਹੈ ਤੇ ਮੈਨੂੰ ਸਭ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ, ਮੇਰੇ ਦੁਸ਼ਟ ਸਾਰੇ ਨਾਸ਼ ਹੋ ਗਏ ਨੇ। ਇਸ ਮੇਰੇ ਘਰ ਰੂਪੀ ਮੰਦਰ ਨੂੰ ਉਸ ਪ੍ਰਭੂ ਨੇ ਆਪਣਾ ਕਰ ਲਿਆ ਹੈ, ਉਹਨੇ ਅਪਣਾ ਲਿਆ ਹੈ ਮੈਨੂੰ, ਮੇਰੀ ਰੱਖਿਆ ਉਹ ਆਪ ਕਰਨ ਵਾਲਾ ਹੈ। ਤੋ ਇਹ ਸਾਰੀ ਗੱਲਾਂ ਜੀਵ ਆਤਮਾ ਪਰਮਾਤਮਾ ਦੇ ਮਿਲਾਪ ਦੇ ਨਾਲ ਸੰਬੰਧ ਰੱਖਦੀਆਂ ਨੇ। ਕਿਸੇ ਕੜਾਹ ਪ੍ਰਸ਼ਾਦ ਦੀ ਦੇਗ ਭੋਜਨ ਨੂੰ ਭੋਗ ਲਵਾਉਣ ਦਾ ਇਹਦੇ ਨਾਲ ਕੋਈ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਔਰ ਜੋ ਹਸਤੀ ਅਕਾਲ ਪੁਰਖ ਦੀ ਹੈ, ਜੋ ਗੁਰਮਤਿ ਵਿੱਚ ਕਨਸੈਪਟ ਹੈ ਕਿ ਉਹ ਅਜੂਨੀ ਹੈ, ਉਹ ਅਕਾਲ ਹੈ, ਉਸ ਨੂੰ ਕਿਸੇ ਫਿਜ਼ੀਕਲ ਖਾਣੇ ਦੀ ਭੋਜਨ ਦੀ ਜ਼ਰੂਰਤ ਹੀ ਨਹੀਂ ਹੈ, तो भोग लवान का कोई अर्थ ही नहीं। इतने ही वचन प्रवान करने जी, मईया भुल्लां दी खिमा। वाहिगुरू जी का खालसा वाहिगुरू जी की फतेह। शब्द भी नाल समझा के वीर MP सिंह जी ने पूरे ही विस्तार सहित दसिया कि ये केवल एक प्रचल कई थां ते कीती जांदी है। शब्द का इस नाल कोई तलक नहीं है, कोई भोग लाने वाली गल नहीं है। गल यह साध संगत जी कि गुरु ग्रंथ साहिब जी या बाणी या कोई होर भी चीज़ होवे, केवल अखरी अर्थां नाल गल नहीं बनती जिन्हां च उहदा भाव ना हो। उंज भी भाव जिहड़ा असीं कि ईवन कोई चीज़ असीं किसी नूं गल करनी होवे, मिलना जुलना होवे, जिहड़ा साडा मन दा भाव है असल चीज़ ओह हुंदी कि भाव की ज़बानी ते आपां कुछ भी कह सकदे हां। और कई बारी ऐसा भी देखण च आया कि सेम शब्द जिहड़े ने उन्हां दे दो अर्थ निकलदे। उत्थे भाव देखण दी लोड़ है कि इत्थे किस तरीके नाल ਇਹ ਵਰਤਿਆ ਗਿਆ। ਜਿਵੇਂ ਕੋਈ ਪੰਜਾਬੀ ਚ ਆਮ ਗੱਲ ਹੈ, ਕੋਈ ਬੱਚਾ ਜਾਂ ਕੋਈ ਮਤਲਬ ਵੀ ਥੋੜਾ ਕੰਮ ਵਿਗਾੜ ਕੇ ਆ ਜਾਵੇ ਤੇ ਕਹਿੰਦੇ ਚੰਨ ਚਾੜ ਕੇ ਆਇਆ। ਹੁਣ ਇੱਥੇ ਚੰਨ ਚਾੜਨ ਦਾ ਮਤਲਬ ਜੇ ਆਪਾਂ ਸ਼ਬਦੀ ਅਰਥ ਕਰਾਂਗੇ ਤੇ ਚੰਨ ਚਾੜਨ ਦਾ ਮਤਲਬ ਵੀ ਉਹਨੇ ਚੰਨ ਕਿੱਥੋਂ ਚੜਾਇਆ, ਸੇ ਮਤਲਬ ਤੇ ਭਾਵ ਲੈਣਾ। ਇਸੇ ਤਰ੍ਹਾਂ ਇੱਥੇ ਭਾਵ ਲੈਣਾ। ਵੀਰ ਜੀ ਨੇ ਪੂਰੇ ਡਿਟੇਲ ਚ ਦੱਸਿਆ। ਗੱਲ ਸਿਰਫ ਇੰਨੀ ਹੈ ਵੀ ਜਿਸ ਵੇਲੇ ਕੋਈ ਗੱਲ ਅਸੀਂ ਬਾਰ-ਬਾਰ ਕਰਦੇ ਆ ਨਾ ਤੇ ਉਹ ਸਾਨੂੰ ਮਤਲਬ ਵੀ ਸਾਡੇ ਉਹ ਇੱਕ ਪ੍ਰੈਕਟਿਸ ਬਣ ਜਾਂਦੀ ਹੈ ਤੇ ਪ੍ਰੈਕਟਿਸ ਤੋਂ ਫਿਰ ਉਹ ਜਿਹਨੂੰ ਆਪਾਂ ਆਦਤ ਕਹਿ ਦਿੰਦੇ ਤੇ ਉਹ ਠੀਕ ਲੱਗਣ ਲੱਗ ਪੈਂਦੀ। ਤੇ ਹੁਣ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਅਰਦਾਸ ਵਿੱਚ ਕਰਦੇ ਨੇ ਤੇ ਇਸ ਕਰਕੇ ਪ੍ਰਭਾਵ ਸੰਗਤ ਤੇ ਪੈਂਦਾ ਵੀ ਹਾਂ ਇਹ ਸ਼ਬਦ ਇਹਦੇ ਲਈ ਹੈ। ਤੇ ਮੈਂ ਬੇਨਤੀ ਕਰਦੇ ਹਾਂ ਵੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ ਟਰੈਕਟ ਵੀ ਛਾਪਿਆ, ਉਹਦਾ ਨਾਂ ਹੀ ਹੈ ਹੁਣ ਲਾਵੋ ਭੋਗਾ ਰਾਏ, ਉਹਦਾ ਟਾਈਟਲ ਹੈ। ਤੇ ਉਹਦੇ ਚ ਵੀ ਇਹ ਪੂਰੀ ਡਿਟੇਲ ਜਿਹੜੀ ਵੀਰ MP ਨੇ ਦਿੱਤੀ ਹੈ, ਇਹਦੇ ਵਰਗੀ ਡਿਟੇਲ ਦਿੱਤੀ ਹੈ ਤੇ ਉਹ ਵੀ ਸਾਨੂੰ ਮਤਲਬ ਵੀ ਦੇਖ ਲੈਣਾ ਚਾਹੀਦਾ। ਤੇ ਗੱਲ ਤੇ ਹੈ ਕਿ ਭੋਗ ਲਵਾਉਣ ਵਾਲੀ ਵੀਰ ਜੀ ਨੇ ਬੜੇ ਹੀ ਵਿਸਥਾਰ ਸਹਿਤ ਦੱਸਿਆ ਕਿ ਰੱਬ ਨੂੰ ਭੋਗ ਥੋੜਾ ਲਵਾਇਆ ਜਾ ਸਕਦਾ। ਪਰ ਮੈਂ ਬੇਨਤੀ ਕਰਦੇ ਹਾਂ ਵੀ ਕਈ ਡੇਰਿਆਂ ਵਿੱਚ ਇਹ ਭੋਗ ਲਵਾਉਣ ਦਾ ਤਰੀਕਾ ਵੀ ਵੱਖਰਾ ਹੈ। ਉਹ ਬਕਾਇਦਾ ਪਰਦਾ ਕਰਕੇ ਪਰਦੇ ਦੇ ਪਿੱਛੇ ਜਿੱਥੇ ਸੰਗਤ ਨਾ ਦੇਖੇ ਉਚੇਚਾ ਪਰਦਾ ਕੀਤਾ ਜਾਂਦਾ ਅਰਦਾਸ ਤੋਂ ਬਾਅਦ। ਤੇ ਪਰਦੇ ਪਿੱਛੇ ਮੈਨੂੰ ਕਿਸੇ ਸੱਜਣ ਨੇ ਦੱਸਿਆ ਬਈ ਇੱਕ ਡੇਰਾ ਐਸਾ ਹੈ ਉੱਥੇ 3 ਕੋਲੀਆਂ ਚ ਪਾ ਕੇ ਉਹ ਪ੍ਰਸ਼ਾਦ ਰੱਖਿਆ ਜਾਂਦਾ, ਉਹਨਾਂ ਦੀ ਕੋਈ ਆਪਣੀ ਮਨੌਤ ਹੈ। ਸੋ ਇਹ ਮਤਲਬ ਅਸੀਂ ਆਪਣੇ ਮਨ ਦੀਆਂ ਬਣਾਈਆਂ ਸਾਰੀਆਂ ਮਨੌਤਾਂ ਨੇ। ਆਓ ਸਤਸੰਗੀਓ ਇਹਨਾਂ ਚੀਜ਼ਾਂ ਪਿੱਛੇ ਜਾਣ ਦੀ ਥਾਂ ਤੇ ਅਸੀਂ ਗੁਰਬਾਣੀ ਜੋ ਸਾਡੇ ਸਰੀਰ ਸਾਡੇ ਜੀਵਨ ਵਿੱਚ ਸਾਡੀਆਂ ਊਣਤਾਈਆਂ ਨੇ ਉਹਨਾਂ ਨੂੰ ਸਾਫ਼ ਕਰਨ ਦੀ ਗੱਲ ਕਰਦੀ ਹੈ। ਜ਼ੋਰ ਤੇ ਉਧਰ ਲਾਉਣਾ ਚਾਹੀਦਾ ਕਿ ਸਾਡਾ ਅੰਦਰਲਾ ਸਾਫ਼ ਹੋਵੇ, ਬਾਹਰਲੀ ਗੱਲਾਂ ਜਿਹੜੀਆਂ ਨੇ ਉਹਨਾਂ ਤੇ ਸਾਰੀ ਉਮਰ ਨਾ ਖਪਦੇ ਰਹੀਏ। ਆਪਣੀ ਅੰਤਰ ਆਤਮੇ ਸਾਡੀ ਜਿਹੜੀ ਹੈ ਉਹ ਪਵਿੱਤਰਤਾ ਹੋਣੀ ਚਾਹੀਦੀ ਹੈ। MP ਸਿੰਘ ਜੀ ਬਹੁਤ ਬਹੁਤ ਧੰਨਵਾਦ। तो आओ सत्संगियों शब्द साढ़े को सवाल साढ़े को होर हैं, पर एक सवाल सिर्फ होर लिया जाएगा
ਬਾਕੀ ਜਿਹੜੇ ਸਵਾਲ ਨੇ ਉਹਨਾਂ ਦੀ ਮੈਂ ਖਿਮਾ ਮੰਗਾਂਗਾ, ਕਿਉਂਕਿ ਸਮਾਂ ਜਿਹੜਾ ਉਹ ਦੌੜਦਾ ਜਾ ਰਿਹਾ। ਤੇ ਮੈਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਕਿਰਪਾ ਕਰਕੇ ਸਵਾਲਾਂ ਦੀ ਝੜੀ ਲਾਈ ਰੱਖੋ, ਤਾਂ ਜੇ ਅਸੀਂ ਵੀ ਤੁਹਾਡੇ ਇਸ ਮਤਲਬ ਵੀ ਜਿਸ ਵੇਲੇ ਤੁਸੀਂ ਸਵਾਲ ਭੇਜਦੇ ਹੋ ਨਾ, ਤੇ ਮੈਂ ਬੇਨਤੀ ਕਰਦਾ ਹਾਂ ਕਿ ਫਿਰ ਸਾਡੀ ਦੌੜ ਲੱਗਦੀ ਹੈ ਵੀ ਇਹਦਾ ਉੱਤਰ ਲੱਭੀਏ, ਤੇ ਉਹਦਾ ਸਾਨੂੰ ਬੜਾ ਫਾਇਦਾ ਹੁੰਦਾ ਹੈ ਕਿ ਬੜੀਆਂ ਚੀਜ਼ਾਂ ਜਿਹੜੀਆਂ ਹੁਣ ਤੱਕ ਨਹੀਂ ਸਮਝ ਆਈਆਂ ਸੀ, ਤੁਹਾਡੇ ਸਵਾਲਾਂ ਦੇ ਜਵਾਬ ਲੱਭਣ ਕਰਕੇ ਸਾਨੂੰ ਵੀ ਕੁਝ ਚਾਨਣ ਪ੍ਰਾਪਤ ਹੋ ਰਿਹਾ। ਤੇ ਮੈਂ ਬੇਨਤੀ ਕਰਾਂਗਾ ਕਿ ਸਵਾਲ ਜਿਹੜੇ ਨੇ ਉਹ ਵੱਧ ਤੋਂ ਵੱਧ ਭੇਜਿਆ ਕਰੋ, ਇਹ ਸਾਡੀ ਬੇਨਤੀ। तो आओ फिलहाल आप अगले सवाल वाल चलते हैं। अगला सवाल है अमरीक सिंह जी ने भेजा है US तो शायद, तो कहते हैं गुरु गोबिंद सिंह जी ने जिस वे दमदमा साहब बीड़ एडिट करवाई लिखवाई है, क्षमाकरण लिखवाई है, तो कहा जाता है कि उन्होंने जबानी लिखवाई सी, भी आया जबानी लिखवाई है नहीं लिखवाई है। साहब मनमोहन सिंह जी कृपा करो अनम्यूट हो जाओ और इस सवाल का सानू दसो भी आया जबानी लिखाई है या किस तरह लिखाई। मनमोहन सिंह जी। तो हाँ जी, आवाज आ रही है? आवाज आ रही है जी? हाँ करो जी, आ गई। हाँ जी, हाँ जी। जो सत्कारयोग वीर जी ने सवाल भेजा है कि गुरु कलगीधर पातशाह ने जो दमदमा साहब विखे ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਤੇ ਕੀ ਉਹ ਜ਼ਬਾਨੀ ਲਿਖਵਾਇਆ ਸੀ। ਸੋ ਮੈਂ ਬੇਨਤੀ ਕਰਾਂਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਤਿਆਰ ਕਰਨ ਤੋਂ ਪਹਿਲਾਂ ਸਾਡੇ ਕੋਲ ਜੋ ਇਤਿਹਾਸਕ ਹਵਾਲੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਚਮ ਗੁਰਦੇਵ ਤੱਕ ਜਿੰਨੀ ਵੀ ਬਾਣੀ ਸਤਿਗੁਰੂ ਪਾਤਸ਼ਾਹਾਂ ਨੇ ਲਿਖੀ ਜਾਂ ਇਕੱਤਰ ਕੀਤੀ ਸੀ, ਉਹ ਇੱਕ ਗੁਰੂ ਪਾਤਸ਼ਾਹ ਨੇ ਅੱਗੇ ਦੂਜੇ ਗੁਰੂ ਪਾਤਸ਼ਾਹ ਨੂੰ ਗੁਰਗੱਦੀ ਦੇਣ ਵੇਲੇ ਉਹ ਪੋਥੀ ਦੇ ਰੂਪ ਵਿੱਚ ਅੱਗੇ ਦਿੱਤੀ, ਅਤੇ ਜਿਸ ਨੂੰ ਅਸੀਂ ਸਾਰੇ ਚੰਗੀ ਤਰੀਕੇ ਨਾਲ ਜਾਣਦੇ ਹਾਂ ਕਿ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਾਰੇ ਬਾਣੀ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜੋ ਸੀ ਉਹ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਕੀਤਾ, ਜਿਸ ਦਾ ਪ੍ਰਕਾਸ਼ ਜੋ ਸੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਅਤੇ ਜਿਸ ਦੀ ਲਿਖਾਈ ਜੋ ਸੀ ਉਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਾਮਸਰ ਦੇ ਕੰਢੇ ਦੇ ਉੱਤੇ ਭਾਈ ਗੁਰਦਾਸ ਜੀ ਤੋਂ ਕਰਵਾਈ। ਅਤੇ ਉਸ ਦੇ ਨਾਲ ਉਹਨਾਂ ਸਮਾਂ ਜੋ ਇਤਿਹਾਸਕ ਹਵਾਲਾ ਲੱਭਦਾ ਹੈ ਕਿ ਬਾਬਾ ਬੁੱਢਾ ਜੀ ਜੋ ਸਨ ਉਹਨਾਂ ਦੀ ਜ਼ਿੰਮੇਵਾਰੀ ਜੋ ਸੀ ਉਹ ਦਰਬਾਰ ਸਾਹਿਬ ਵਿੱਚ ਲਾਈ ਰੱਖੀ ਕਿ ਉਹ ਉੱਥੇ ਬੈਠ ਕੇ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦਿੰਦੇ ਰਹਿਣਗੇ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਸਰੂਪ ਦੇ ਨਾਲ ਹੀ ਉਤਾਰੇ ਕਰਵਾਏ, ਜਿਸ ਦੇ ਵਿੱਚ ਭਾਈ ਬੰਨੋ ਜੀ ਅਤੇ ਹੋਰ ਗੁਰਸਿੱਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਨ ਕੁਝ ਉਤਾਰੇ ਕੀਤੇ, ਤੇ ਜਿਸ ਦੇ ਵਿੱਚ ਜੋ ਜਿਲਦ ਦੀ ਸੇਵਾ ਹੈ ਉਹਦੇ ਵਾਸਤੇ ਭਾਈ ਬੰਨੋ ਜੀ ਨੂੰ 2 ਹਫ਼ਤੇ ਲਾਹੌਰ ਭੇਜਣ ਦਾ ਵੀ ਇਤਿਹਾਸਕ ਹਵਾਲਿਆਂ ਦੇ ਵਿੱਚ ਕਿਤੇ ਕਿਤੇ ਜ਼ਿਕਰ ਮਿਲਦਾ ਹੈ ਕਿ ਭਾਈ ਬੰਨੋ ਜੀ ਨੇ ਜੋ ਜਿਲਦ ਦੀ ਸੇਵਾ ਸੀ ਉਹ ਲਾਹੌਰ ਤੋਂ ਕਰਵਾਈ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਪੰਚਮ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ, ਉਹਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਸਰੂਪਾਂ ਦੇ ਵੀ ਉਤਾਰੇ ਹੋ ਗਏ ਸਨ। ਹੁਣ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਸੀ, ਜੋ ਸਹਿਜੇ ਸਹਿਜੇ ਧੀਰਮਲੀਆਂ ਕੋਲ ਪਹੁੰਚ ਗਈ, ਅਤੇ ਬਾਕੀ ਜੋ ਉਤਾਰੇ ਸਨ ਉਹ ਕਿਤੇ ਨਾ ਕਿਤੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਪ੍ਰਚਾਰ ਦੇ ਤੌਰ ਦੇ ਉੱਤੇ ਇਤਿਹਾਸਕ ਹਵਾਲਿਆਂ ਅਨੁਸਾਰ ਜਦੋਂ ਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡ ਕੇ ਨਿਕਲੇ ਤਾਂ ਜੋ ਸਾਹਿਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਸੀ ਉਹ ਇਤਿਹਾਸਕ ਸਰੋਤਾਂ ਅਨੁਸਾਰ ਬਹੁਤਾ ਸਾਹਿਤ ਜੋ ਸੀ ਉਹ ਸਰਸਾ ਦੀ ਭੇਟ ਹੋ ਗਿਆ, ਤੇ ਗੁਰੂ ਪਾਤਸ਼ਾਹ ਫਿਰ ਉੱਥੋਂ ਚਮਕੌਰ ਦੀ ਗੜੀ, ਫਿਰ ਮਾਛੀਵਾੜੇ, ਫਿਰ ਥਾਂ ਥਾਂ ਤੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਪਹੁੰਚੇ, ਇਹਦੇ ਵਿੱਚ ਲਗਭਗ ਸਾਲ ਤੋਂ 1.5 ਸਾਲ ਦਾ ਸਮਾਂ ਜੋ ਹੈ ਦੱਸਿਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਜੀ ਦੇ ਦਮਦਮਾ ਸਾਹਿਬ ਆ ਕੇ ਜੋ ਇੱਕ ਇਤਿਹਾਸਕ ਹਵਾਲਾ ਮਿਲਦਾ ਹੈ ਕਿ ਉਹਨਾਂ ਨੇ ਧੀਰਮਲੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਗਿਆ, ਤੇ ਇਹਦੇ ਵਿੱਚ ਆਮ ਕਰਕੇ ਇੱਕ ਭੁਲੇਖਾ ਸਾਡੇ ਵਿੱਚ ਪਿਆ ਹੈ ਜਾਂ ਪਾ ਦਿੱਤਾ ਗਿਆ ਹੈ ਕਿ ਜਦੋਂ ਉਹਨਾਂ ਨੇ ਇਨਕਾਰ ਕੀਤਾ, ਇਹਦੇ ਵਿੱਚ ਵੀ ਅਸੀਂ ਇੱਕ ਆਪਸ਼ਨ ਸੋਚ ਸਕਦੇ ਹਾਂ ਕਿ ਗੁਰੂ ਪਾਤਸ਼ਾਹ ਦੇ ਕੋਲ ਉਸ ਵੇਲੇ ਕਿਉਂਕਿ ਅੱਜ ਤਰ੍ਹਾਂ ਦੇ ਵਸੀਲੇ ਨਹੀਂ ਸਨ, ਅੱਜ ਤਰ੍ਹਾਂ ਦੀ ਜੋ ਹੈ ਉਹ ਟਰਾਂਸਪੋਰਟੇਸ਼ਨ ਨਹੀਂ ਸੀ, ਅੱਜ ਤਰ੍ਹਾਂ ਦੇ ਕਮਿਊਨੀਕੇਸ਼ਨ ਨਹੀਂ ਸੀ, ਤੇ ਸਤਿਗੁਰੂ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਹੀ ਉਹ ਸਰੂਪ ਹੋਣ ਦੇ ਨਾਤੇ ਹੋ ਸਕਦਾ ਸਰੂਪ ਮੰਗਿਆ ਹੋਵੇ ਪਰ ਧੀਰਮਲੀਆਂ ਨੇ ਨਾ ਦਿੱਤਾ ਹੋਵੇ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਹੋਰ ਸਰੋਤ ਸਨ ਕਰਨਾ ਚਾਹੁੰਦੇ ਸਨ ਤਾਂ ਸਤਿਗੁਰੂ ਪਾਤਸ਼ਾਹ ਨੇ
ਜੋ ਦਮਦਮਾ ਸਾਹਿਬ ਵਿਖੇ ਬੀੜ ਲਿਖੀ ਗਈ ਉਸੇ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ क्योंकि होर भी उस वेले तक उतारे हो चुके सन, गुरु गोबिंद सिंह महाराज सच्चे पातशाह जी ने कोई होर मतलब जिहड़ा उतारा मंगा के ਉਹਦੇ ਵਿੱਚ गुरु तेग बहादुर साहब जी की बाणी जिहड़ी है ਉਹਨੂੰ शामिल करके ते इस दमदमा साहब जिहड़ी बीड़ तैयार की, इसे करके ਉਹਨੂੰ दमदमी बीड़ भी ਆਪਾਂ कई बार कह देंगे। तो जिहड़ा सवाल सी सवाल करता दा वीर अमरीक सिंह जी का कि जबानी लिखाई है, तो ये मतलब है भी कोई जबानी वाली गल नहीं है, क्योंकि जे ਆਪਾਂ देखते हैं इतिहासिक तौर पर भी, तो जिस वेले उत्थे दमदमा साहब भी बाद विच भाई क्षमा करना बाबा दीप सिंह जी ने कहा जाता है कि 5 उतारे किए सन, सो 5 ने 4 ने जिन्हें वक्री गल है। तो इस तरह जब 5वें पातशाह के समय बीड़ साहब जी स्थापन हो गई सी दरबार साहब, तो जरूरी गल है कि 5वें पातशाह तो लैके 10वें पातशाह तक वो कई उतारे होर होए होणगे। और एक उतारे का जिहड़ा इतिहासक हवाला मिलता है, वीर मनमोहन सिंह ने दस्सिया सी कि जिहड़ी भाई बन्नो जी उन्होंने जिल्द बनने लई लै गए सन, जिहदे बारे कहा जाता है कि उहदे विच कुछ शब्द जिहड़ा एक वाधू उहदे च उन्होंने जोड़िया गया, जिस करके उन्होंने प्रवान नहीं किया गया। तो एक गल स्पष्ट है जी, हो सकती तो होर उतारे भी जरूर होणगे इस लंबे समय दे विच, जिथों गुरु साहब जी ने गुरु तेग बहादुर साहब जी की बाणी नूं विच शामिल करके नवीं बीड़ जिहड़ी तैयार की। तो वीर मनमोहन सिंह जी आप जी का धन्यवाद है। तो संगत तो फिर मैं खिमा मंगदा, क्योंकि बहुत सारी डिस्टर्बेंस हो रही सी, पर साडे बस तो बाहर है। तो आओ सतसंगियो, मैं जिवें पहले कहा सवाल बेशक होर ने, परंतु असीं नहीं लवांगे होर सवाल, अगले हफ्ते लवांगे। जिन्हां दे सवाल ने मैं उन्हां ते खिमा मंगदा। तो हुण आपां कुछ जिहड़े ग्रुप चैट विच सवाल आए सन, मैं पहले बेनती करांगा वीर तजिंदर सिंह जी नूं भी उन्हां दे संखेप तौर पर, क्योंकि समा साडे कोल 6-7 मिनट का हो रहा है, संखेप तौर पर तुसीं उन्हां दे आंसर दे दिओ 2-3 मिनट में। फिर बाकी जिहड़े होर भी क्वेश्चन आने ने आप उन्हां नूं भी समय सिर ले लें। वीर तजिंदर सिंह जी। तजिंदर सिंह आवाज नहीं आ रही तुहाडी, अनम्यूट कर। हाँ जी। सर कृपाल सिंह जी ने जो क्वेश्चन पूछा है कि often people are saying गुर फतेह, is it appropriate? तो it is not at all appropriate, क्योंकि जिहड़ी गुर फतेह है वो कोई किसी जगह के उपर साडा बोला नहीं है। असी अपनी मन मर्जी नाल किसी नूं गुरु फतेह बोल देने हैं, लेकिन वाहिगुरू जी का खालसा वाहिगुरू जी की फतेह है। तो इस करके सानू कोई हक नहीं है कि असी तरोड़ मरोड़ के अपने हिसाब नाल निरी फतेह बोल दीए या गुरु फतेह बोल दीए या सत श्री अकाल बोल दीए। तो जो सिस्टम बनया होया है उस सिस्टम के मुताबिक वाहिगुरू जी का खालसा वाहिगुरू जी की फतेह ही एप्रोप्रिएट है। और दूसरा नाल क्वेश्चन उन्होंने भेजा है कि हाउ सिक्स ग्रीटेड ईच अदर बिफोर खालसा सिरजना बाई श्री गुरु गोबिंद सिंह जी। तो गल तो यह है कि शुरू तो ही साडा जिहड़ा एक दूजे नाल मिलन दा ग्रीटिंग दा तरीका सीगा वो अकाल पुरख नूं याद करना सी। ते धन गुरु नानक पातशाह दे समय उपर भी वो सत करतार करके कि परमात्मा सत है, जिहड़ी गल असीं कहने कि सत श्री अकाल कि परमात्मा जिहड़ा है वो सच है और उस दे नाल वो सब तो ज्यादा सुंदर है, ब्यूटीफुल है। और उन्होंने मतलब असीं ग्रीटिंग इस करके देने आ कि वो सानू मतलब इस तरीके नाल सब तो उत्तम और सब तो अच्छा जिहड़ा नज़र आउंदा है। तो ये चीज़ां जिहड़ियां हन असीं अपने ध्यान भी रखनियां और अपनी मन मर्जी नाल असीं कोई भी बोला जिहड़ा है असीं क्रिएट नहीं कर सकते। अगर असीं क्रिएट करते हैं तो वो फिर जिहड़ी है वो गलत गल है, वो प्रवान नहीं हो सकती हैगी। तो मैं ये कहांगा कि जिहड़ा सत मतलब है ट्रूथ है, श्री का मतलब ग्रेट है, मान सत्कार है, अकाल मतलब जिहड़ा टाइमलैस है। तो ये जो गुर फतेह कहना है दिस इज नॉट एप्रोप्रिएट। तो जिहड़ी गल है खालसा सिरजना तो पहला वो सत करतार बुलाना, कोई परमात्मा जिहड़ा करतार जिहड़ा संसार का करता है उस नूं ही आपां सच कहना कि वो सच है, आज सच जुगाद सच है भी सच, नानक होसी भी सच। तो हो अबाउट गुरबाणी अकाल, तो गुरबार अकाल भी ये रागियां ने अपने को इन्वेंट कर लिया है, किसी जगह के ऊपर लिखा नहीं होया। गुरबार अकाल तेरी महिमा अपार बोल वाहिगुरू जी का खालसा वाहिगुरू जी की फतेह। ये भी अपने ढंग नाल ही जिहड़ी है वो अपनी मन मर्जी नाल करते हैं, कोई चेक करने वाला नहीं है। लेकिन आप जी ने ठीक लिखा है कि इन्हां दा कोई आधार नहीं है।
तो इस करके सानू ये जिहड़े हन वो सिर्फ वाहिगुरू जी का खालसा वाहिगुरू जी की फतेह ही बुलानी चाहिए है। तो दूसरी गल इकबाल सिंह जी ने खालसा जी ने पूछा है और नाल ही सतनाम कौर जी ने भी एक गल पूछी है कि किरपा काल केरी विच काल नू अकाल किवें असीं अर्थ बंदे हां। तो काल जिहड़ा है काल एक परमात्मा दा ही जिहड़ा है सिस्टमैटिक रूप है कि जन्म देना और मौत जिहड़ी है करनी मनुक्खां दी या किसी चीज दी भी जिन्होंने उन्हें पैदा किया। तो ये पैदा करना आहार देना और मृत्यु करना ये अकाल पुरख का ही काम है। तो इस जिहड़ी गल मैं कोट की है भावें वो गुरबाणी विच नहीं है लेकिन फिर भी जो असीं उहदा भाव अर्थ लैना वही हैगा कि परमात्मा की कृपा नाल ही ये फतेह जिहड़ी है गुरु गोबिंद सिंह पातशाह नूं एट्रीब्यूट की जाती है कि उन्हां अकाल पुरख नूं फतेह जिहड़ी कही है। तो ये गुरबाणी विच नहीं है। ये मैं गल क्लीयर करना चाहना कि इतिहासक बोलियां दे विच शस्त्र नामाला विच दूजियां दे विच भी अकाल पाए जिहड़ी असीं चौपाई पढ़दे हां अकाल पाए ब्रह्मांबा बधारा। तो ये सारी चीज़ां असीं जिहड़ी पढ़ रहे हैं लेकिन इन्हां नूं घोखण दी लोड़ है फिर भी। लेकिन जिहड़ा प्रमाण मैं दिता है वो जदों जिहड़ा भंगाणी दा युद्ध जित के आए हैं उस तो बाद कहा जाता है जदों साहिबजादा अजीत सिंह का जन्म होया तो उस तो पहला इन्हां ने ये उच्चारण किया सीगा कि ये जिहड़ी जित हुई है ये परमात्मा की कृपा दे नाल हुई है। असीं इस नूं इस रूप विच लैंदे हां। और कोई इसका मेरे ख्याल रिलेटेड जिहड़ा है क्वेश्चन नहीं है। ते बाकी क्वेश्चन जिहड़े हन वो फिर सरदार हरजीत सिंह जी ले लैणगे या जिस नूं कहणगे उस दे जवाब दे देणगे। वाहिगुरू जी का खालसा वाहिगुरू जी की फतेह। वाहिगुरू जी की फतेह। धन्नवाद वीर तेजिंदर सिंह जी आपने क्लैरिफिकेशन दी है। तो सारिया संगतां दा धन्नवाद करदा जी। अज दे प्रोग्राम निभाउंदे हो गई बहुत सारिया गलतियां उन्हां लई आपां खिमा मंगदे हां। कुछ एक नैट की प्रॉब्लम आई है उहदे लई भी खिमा करना। तो सतगुरु कृपा करन असीं इस तरह मिलते रहिए ते आप सवाल भेजते रहो असीं जवाब लभदे रहिए। ते आओ सतसंगियो अगले सोमवार फिर सवाल जवाब दे सैशन च आप तुहाडे दर्शन करांगे जी। वाहिगुरू जी का खालसा वाहिगुरू जी की फतेह।